देखो सच आ कि पंजाब का खजाना खाली सी। देखो मेरा सवाल सुन लो। ਤੁਸੀਂ 55 ਕਰੋੜ ਰੱਖੀ ਉਹਦੇ ਲਈ ਮੂੰਗ ਦੇ ਲਈ, ਤੁਸੀਂ 450 ਕਰੋੜ ਰੱਖਿਆ ਹੈ ਹੋਮ ਡਿਲੀਵਰੀ ਆਫ ਰਾਸ਼ਨ ਲਈ। ਇਹ ਕੁਝ ਆંકੜੇ ਉਲਟ ਫਿਲਟ ਨਹੀਂ ਹੋ ਗਏ? ਇਹਨਾਂ ਮਾਂ ਦੇ ਪੁੱਤਾਂ ਨੇ ਬਿਲਕੁਲ ਕਮਾਉਣਾ ਬੰਦ ਕਰਤਾ ਤੇ ਸਿਰਫ ਜਿਹੜੀ ਕੇਂਦਰ ਸਰਕਾਰ ਕੰਪਨਸੇਸ਼ਨ ਤੇ ਡਿਪੈਂਡ ਕਰਨ ਲੱਗੀ। ਜੀ ਹਾਂਜੀ ਕੰਪਨਸੇਸ਼ਨ ਤੇ ਮਿਲ ਜਾਣਾ, ਸਟੇਟ ਦਾ ਕੰਮ ਚੱਲ ਜਾਣਾ ਤੇ ਆਪਾਂ ਨੇ ਕੀ ਲੈਣਾ ਪੈਰਾਂ ਤੇ ਖੜੇ ਹੋਣ ਦੀ ਗੱਲ। ਅਕਾਲੀ ਦਲ ਬੀਜੇਪੀ ਦਾ ਗੱਠਜੋੜ, ਕਾਂਗਰਸ ਪਾਰਟੀ, ਇਹ ਦੋਨਾਂ ਦੀ ਲਗਭਗ 20 ਸਾਲ ਤੋਂ 25 ਸਾਲ ਸਰਕਾਰ ਪਾਲਿਸੀ ਸੇਮ ਸੀ। ਪਾਲਿਸੀ 'ਚ ਬਦਲਾਅ ਨਹੀਂ ਕਰਦੇ ਸੀ ਲੋਕ, ਸਰਕਾਰ ਬਦਲ ਦਿੰਦੇ ਸੀਗੇ ਪਰ ਇਹ ਪਾਲਿਸੀ ਨਹੀਂ ਬਦਲਦੇ ਸੀਗੇ। ਪਹਿਲੀ ਵਾਰ ਅਸੀਂ ਪਾਲਿਸੀ ਬਦਲੀ ਆ ਔਰ ਲਗਭਗ ਸਾਨੂੰ ਡਬਲ ਜੰਪ ਹੋ ਰਿਹਾ ਹੈ। ਇਹਨਾਂ ਸਾਰਿਆਂ ਦੇ ਉੱਤੇ ਕੋਈ ਨਵਾਂ ਟੈਕਸ ਨਹੀਂ ਪੈ ਰਿਹਾ ਲੋਕਾਂ ਤੇ। ਸਭ ਚੀਜ਼ਾਂ ਸਿਰਫ ਇੱਕ ਚੀਜ਼ ਤੇ ਟਿਕੀਆਂ ਹੋਈਆਂ, ਇਮਾਨਦਾਰੀ ਤੇ। ਤੁਹਾਨੂੰ ਲੱਗਦਾ ਹੈ ਇਮਾਨਦਾਰੀ ਨਾਲ ਤੁਸੀਂ ਇੰਨਾ ਕਰ ਪਾਓਗੇ ਕਿ ਜਿਹੜਾ ਤੁਸੀਂ ਥੋੜਾ ਜਿਹਾ ਕਰਜ਼ਾ ਵਾਪਸ ਵੀ ਕਰੋਗੇ, ਸਾਰੇ ਜੋ ਇੰਨੇ ਵੱਡਾ ਤੁਸੀਂ ਬਜਟ ਦਿੱਤਾ ਹੈ 1,55,000 ਕਰੋੜ ਦਾ, ਇਹਨੂੰ ਪੂਰਾ ਵੀ ਕਰ ਪਾਓਗੇ? ਸੰਚਾਰ ਦੇ ਸਾਧਨਾਂ ਦਾ ਯੁੱਗ ਆ। ਸੰਚਾਰ ਦੇ ਇਹਨਾਂ ਵਿੱਚ ਹੀ ਇੰਸਪੈਕਟਰ ਰਾਜ, ਭਾਵੇਂ ਉਹ ਸਾਈਬਰ ਕ੍ਰਾਈਮ ਕਹਿ ਲੋ ਜਾਂ ਉਹਨੂੰ ਚੋਰ ਕਹਿ ਲੋ, ਮਤਲਬ ਇੰਸਪੈਕਟਰ ਰਾਜ ਦਾ ਵੀ ਨਾਮ ਬਦਲ ਸਕਦਾ ਹੈ। ਇੰਟੈਲੀਜੈਂਸ ਉਹ ਤੇ ਨਹੀਂ ਹੋਏਗੀ, ਨਹੀਂ ਹੋਊਗਾ। ਇਮਾਨਦਾਰੀ ਨਾਲ ਬਿਜ਼ਨਸ ਕਰਨ ਦੀ 100% ਪੰਜਾਬ 'ਚ ਖੁੱਲਾ। ਕਿਸੇ ਪ੍ਰਕਾਰ ਦਾ ਕੋਈ ਵੀ ਕਿਸੇ ਨੂੰ ਤੰਗ ਕਰੂਗਾ ਅਸੀਂ ਹਾਜ਼ਰ ਖੜੇ ਆ। ਪੰਜਾਬ ਯੂਨੀਵਰਸਿਟੀ ਨੂੰ ਲੋੜ ਹੈ, ਬਿਕੋਜ਼ ਅਸੀਂ ਜੇ ਪੰਜਾਬ ਯੂਨੀਵਰਸਿਟੀ ਗਵਾ ਦਿੱਤੀ ਬਹੁਤ ਵੱਡਾ ਨੁਕਸਾਨ ਨਹੀਂ ਜਾਂਦੀ। ਪੰਜਾਬ ਦੀ ਯੂਨੀਵਰਸਿਟੀ ਪੰਜਾਬ ਕੋਲੇ ਰਹੂਗੀ। ਜੋ ਵੀ ਲੜਾਈ ਲੜਨੀ ਪਈ ਡਟ ਕੇ ਲੜਾਂਗੇ, ਜਿੰਨੇ ਮਰਜ਼ੀ ਫੰਡ ਦੇਣ ਦੀ ਹੋਈ ਫੰਡ ਵੀ ਦੇਵਾਂਗੇ, ਪੈਸੇ ਵੀ ਦੇਵਾਂਗੇ। ਜੋ ਵਾਈਟ ਪੇਪਰ ਮੈਂ ਪੜ੍ਹ ਰਹੀ ਸੀ, ਕਿਸਾਨ ਦੀ ਕਰਜ਼ਾ ਮਾਫੀ ਦਾ ਵੀ 1500 ਕਰੋੜ ਪਿਆ ਹੈਗਾ, ਪਾਵਰ ਸਬਸਿਡੀ ਦਾ ਵੀ ਪੈਸਾ ਪਿਆ ਹੈਗਾ, 6ਵੀਂ ਪੇ ਕਮਿਸ਼ਨ ਦਾ ਵੀ ਪੈਸਾ ਹੈਗਾ ਜੋ ਤੁਹਾਡੇ ਸਿਰ ਤੇ ਹੋ ਰਿਹਾ ਹੈ। ਸੋ ਇਹ ਸਭ ਅਸੀਂ ਐਡ ਕਰਦੇ ਰਾਂਗੇ 2,63,000 ਕਰੋੜ ਤੇ। ਇਹ ਉਸ ਤੋਂ ਵਾਧੂ ਕਿ ਉਹਦੇ ਵਿੱਚ ਉਹਦਾ ਹਿੱਸਾ ਹੋਏਗਾ? ਤੁਸੀਂ ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਕੋਲੇ ਸਿਰਫ 2 ਉਹਨਾਂ ਦੇ ਓਐਸਡੀ ਸਿਰਫ 2 ਨੇ। ਕੈਪਟਨ ਸਾਹਿਬ ਕੋਲੇ, ਚੰਨੀ ਸਾਹਿਬ ਕੋਲੇ ਕਿੰਨੇ ਦੇ 14 18 ਉਹਨਾਂ ਨੂੰ ਕੈਬਨਿਟ ਸਟੇਟਸ, ਕਾਰਾਂ, ਗਨਮੈਨ, ਕੋਠੀਆਂ, ਪਤਾ ਨਹੀਂ ਕੀ ਕੁਝ ਦਿੱਤਾ ਹੋਇਆ ਸੀਗਾ। ਸੋ ਖਰਚੇ ਘਟਾਈ ਰਹਾਂਗੇ ਇਸ ਤਾਂ। ਮੂੰਗ ਫਸਲ ਤੇ ਐਮਐਸਪੀ ਦਿੱਤੀ ਹੈ ਮੂੰਗੀ ਦੀ ਫਸਲ ਤੇ, ਉਹ ਲੋਕਾਂ ਨੂੰ ਮਿਲਣੀ ਨਹੀਂ ਹੈ ਸਰ। ਇਹ ਤਾਂ ਸੰਗਰੂਰ ਦੇ ਪਿੰਡਾਂ ਜਾ ਕੇ ਮੈਂ ਆਪ ਦੇਖਿਆ ਨਹੀਂ ਮਿਲੀ, ਉਹਦਾ ਵੋਟ ਤੇ ਅਸਰ ਵੀ ਪਿਆ ਹੈਗਾ। ਜੇ ਆਪਾਂ ਟਰਾਂਸਪੋਰਟ ਮਾਫੀਆ ਦੀ ਗੱਲ ਕਰ ਲਈਏ, ਸ਼ਰਾਬ ਦੇ ਮਾਫੀਆ ਦੀ ਗੱਲ ਕਰ ਲਈਏ, ਰੇਤ ਦੇ ਮਾਫੀਆ ਦੀ ਗੱਲ ਕਰ ਲਈਏ, ਲੈਂਡ ਮਾਫੀਆ ਦੀ ਗੱਲ ਕਰ ਲਈਏ, ਉਹ ਮਾਫੀਆ ਦੇ ਸਰਕਾਰਾਂ ਸਾਥ ਦਿੰਦੀਆਂ ਰਹੀਆਂ, ਖਜ਼ਾਨੇ ਦਾ ਸਾਥ ਨਹੀਂ ਦਿੱਤਾ ਗਿਆ। ਕਿ ਲੋਕ ਵੀ ਕਹਿੰਦੇ ਸਾਨੂੰ ਮੁਫਤ ਆਟਾ ਦਾਲ ਨਹੀਂ ਚਾਹੀਦਾ, ਸਾਨੂੰ ਨੌਕਰੀਆਂ ਚਾਹੀਦੀਆਂ, ਸਾਨੂੰ ਇੱਕ ਇਹੋ ਜਿਹੀ ਵਾਤਾਵਰਨ ਚਾਹੀਦਾ ਜਿੱਥੇ ਅਸੀਂ ਆਪਣਾ ਕੰਮ ਕਰ ਸਕੀਏ। ਉੱਥੇ ਅਸੀਂ ਮੁਫਤ ਵਰਦੀਆਂ ਸਭ ਨੂੰ ਦੇਤੀਆਂ, ਉਹ ਜ਼ਰੂਰਤ ਸੀਗੀ? 30,000 ਕਰੋੜ ਨੂੰ ਕਿਹਾ ਜਾਂਦਾ ਸੀਗਾ ਕਿ ਸਰਕਾਰ ਤੇ ਕੇਂਦਰ ਤੇ ਸੂਬੇ ਸਰਕਾਰ ਨੇ ਅੱਧਾ ਵੰਡ ਲਿਆ, ਨਹੀਂ ਵੰਡਿਆ। ਬਿਲਕੁਲ ਝੂਠ ਬੋਲਿਆ ਗਿਆ ਜੀ, ਬਿਲਕੁਲ ਕੋਹਾਂ ਮਤਲਬ ਲੁਕੋ ਕੇ ਰੱਖਿਆ ਗਿਆ। ਉਹ ਸਾਰਾ ਦਾ ਸਾਰਾ ਹੈਗਾ ਕਰਜ਼ੇ 'ਚ ਤਬਦੀਲ ਹੋ ਗਿਆ ਔਰ ਉਸ 55,000 ਚੋਂ 22,200 ਸਮਥਿੰਗ ਦੀ ਜਿਹੜੀ ਆ ਰਾਜ ਸਰਕਾਰ ਨੇ ਗਰੰਟੀ ਲਈ ਹੋਈ ਹੈ। ਇਹ ਇੰਨਾ ਜਿਹੜਾ ਕਰਜ਼ਾ ਉਹ ਪੰਜਾਬ ਤੇ ਆ, ਪੰਜਾਬ ਦੀਆਂ ਜਿਹੜੀਆਂ ਕਾਰਪੋਰੇਸ਼ਨ ਜੇ ਉਹਨਾਂ ਤੇ ਆ, ਪੰਜਾਬ ਸਰਕਾਰ ਤੇ ਹੈਗਾ। ਬੀਬੀਆਂ ਨੂੰ ਵੀ ਕਰਦੇ ਆ ਕੋਸ਼ਿਸ਼, ਇੱਕ ਮਿੰਟ ਵੇਟ ਕਰੋ। ਨਹੀਂ ਤੁਸੀਂ ਵੇਟ ਤਾਂ ਕਰ ਲਓ। ਤੁਸੀਂ ਨਹੀਂ, ਮੈਂ 4 ਹੋ ਗਈਆਂ ਰਹਿ ਗਈ ਇੱਕ ਬੀਬੀਆਂ ਲਈ, ਔਰ ਬੜੀ ਜਲਦੀ ਥੋੜਾ ਸਮਾਂ ਦੇ ਦਿਓ, ਸਭ ਨੂੰ ਉਹ ਵੀ ਪੂਰੀ ਕਰ ਦੇਣਗੇ। ਵੱਡੇ ਬਜ਼ੁਰਗਾਂ ਦੀ ਆਦਤ ਹੁੰਦੀ ਹੈ, ਉਹ ਹਮੇਸ਼ਾ ਕਹਿੰਦੇ ਪੈਸੇ ਨਹੀਂ ਹੈ, ਘੱਟ ਖਰਚਾ ਕਰੋ। ਪਰ ਜੇ ਸਰਕਾਰਾਂ ਕਹਿਣਾ ਸ਼ੁਰੂ ਕਰ ਦੇਣ ਖਜ਼ਾਨਾ ਖਾਲੀ ਹੈ ਔਰ ਨਵੀਂ ਸਰਕਾਰ ਆਵੇ, ਲੋਕ ਜਾਣਨਾ ਚਾਹੁੰਦੇ ਕਿ ਖਜ਼ਾਨਾ ਭਰਨਗੇ। ਕਿਉਂਕਿ ਅਸੀਂ ਇਹ ਵੀ ਦੇਖਿਆ ਹੈ ਜਦ ਖਜ਼ਾਨਾ ਖਾਲੀ ਦੀ ਗੱਲ ਆਉਂਦੀ, ਉਹ ਸਿਰਫ ਲੋਕਾਂ ਦੇ ਖਰਚੇ ਤੇ ਗੱਲ ਆਉਂਦੀ, ਔਰ ਜਦ ਸਰਕਾਰ ਨੇ ਆਪਣੇ ਤੇ ਪੈਸਾ ਖਰਚਣਾ ਤਾਂ ਫਿਰ ਪੈਸੇ ਹਮੇਸ਼ਾ ਨਿਕਲ ਆਉਂਦੇ ਨੇ। ਸੋ ਪੰਜਾਬ ਵਿੱਚ ਆਪ ਸਰਕਾਰ ਦੀ ਨਵੀਂ ਸਰਕਾਰ, ਨਵਾਂ ਬਜਟ, ਤੇ ਇਸ ਬਾਰੇ ਗੱਲ ਕਰਨ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਜੀ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਨਵਾਂ ਬਜਟ ਆਇਆ ਹੈ ਤੇ ਇਹ ਬੜਾ ਵੱਡਾ ਮੁੱਦਾ ਸੀ ਚੋਣਾਂ ਵਿੱਚ ਕਿ ਵੀ ਪੰਜਾਬ ਦਾ ਖਜ਼ਾਨਾ ਲੁੱਟ ਗਿਆ ਹੈ, ਖਾਇਆ ਗਿਆ। ਤੇ ਮੈਂ ਇਸ ਤੇ ਤੁਹਾਨੂੰ ਮੁਬਾਰਕਬਾਦ ਵੀ ਦਿੰਦੀ ਹਾਂ ਕਿ ਤੁਸੀਂ ਪਹਿਲਾਂ ਵਾਈਟ ਪੇਪਰ ਜਾਰੀ ਜ਼ਰੂਰ ਕੀਤਾ, ਕਿ ਉਹ ਸੱਚਾਈ ਪੇਸ਼ ਕੀਤੀ ਕਿ ਅਸਲ ਵਿੱਚ ਪੈਸਾ ਹੈ ਜਾਂ ਨਹੀਂ। ਇਸ ਵਾਈਟ ਪੇਪਰ ਦੀ ਤੁਸੀਂ ਜੇ 2 ਲਾਈਨਾਂ ਵਿੱਚ ਸਾਨੂੰ ਦੱਸੋ ਕਿ ਖਜ਼ਾਨਾ ਖਾਲੀ ਹੈ ਕਿ ਹੁਣ ਭਰਿਆ ਜਾਏਗਾ? ਦੇਖੋ ਸੱਚ ਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਸੀ। ਇਹਨਾਂ ਨੇ ਕੋਈ ਵੀ ਇੱਕ ਵੀ ਜ਼ਿੰਮੇਵਾਰੀ ਦੇ ਨਾਲ ਇੱਕ ਵੀ ਸਟੈਪ ਜਿਹੜਾ ਹੈਗਾ ਖਜ਼ਾਨੇ ਨੂੰ ਭਰਨ ਲਈ ਨਹੀਂ ਚੁੱਕਿਆ। ਬਲਕਿ ਜਿਸ ਮਾਫੀਏ ਦੇ ਰਾਹੀਂ ਸਰਕਾਰ ਚੱਲੀ, ਜੇ ਆਪਾਂ ਟਰਾਂਸਪੋਰਟ ਮਾਫੀਏ ਦੀ ਗੱਲ ਕਰ ਲਈਏ, ਸ਼ਰਾਬ ਦੇ ਮਾਫੀਏ ਦੀ ਗੱਲ ਕਰ ਲਈਏ, ਰੇਤ ਦੇ ਮਾਫੀਏ ਦੀ ਗੱਲ ਕਰ ਲਈਏ, ਲੈਂਡ ਮਾਫੀਏ ਦੀ ਗੱਲ ਕਰ ਲਈਏ, ਉਹ ਮਾਫੀਏ ਦੇ ਸਰਕਾਰਾਂ ਸਾਥ ਦਿੰਦੀਆਂ ਰਹੀਆਂ, ਖਜ਼ਾਨੇ ਦਾ ਸਾਥ ਨਹੀਂ ਦਿੱਤਾ ਕਦੇ।
ਜਿਹੜਾ ਪੈਸਾ ਟੈਕਸ ਪੇਅਰ ਦਾ ਸਾਡੇ ਵਰਗੇ ਆਮ ਲੋਕਾਂ ਦਾ ਖਜ਼ਾਨੇ 'ਚ ਆਉਣਾ ਚਾਹੁੰਦਾ ਸੀਗਾ, ਉਹ ਰਾਸਤੇ ਵਿੱਚ ਇਹਨਾਂ ਮਾਫੀਆਂ ਦੀ ਭੇਟ ਚੜ੍ਹ ਜਾਂਦਾ ਸੀ, ਜਿਹੜੇ ਮਾਫੀਆ ਚਲਾਉਂਦੇ ਲੋਕਾਂ ਦੀ ਭੇਟ ਚੜ੍ਹ ਜਾਂਦਾ ਸੀਗਾ। ਔਰ ਪੰਜਾਬ ਦੇ ਵਿੱਚ ਤੁਸੀਂ ਜੇ ਮੈਂ ਤੁਹਾਨੂੰ ਟੈਕਨੀਕਲ ਗੱਲ ਦੱਸਾਂ ਕਿ GST ਰਜੀਮ ਜਿਹੜੀ ਆ, ਟੈਕਸ ਲੱਗਣ ਦਾ GST ਜਿਹੜੀ ਜਦੋਂ ਆਈ ਆ, ਉਹ 1 ਜੁਲਾਈ 2017 ਤੋਂ ਪੰਜਾਬ ਵਿੱਚ ਹੋਂਦ ਵਿੱਚ ਆਈ ਆ ਔਰ 30 ਜੂਨ 2022 ਨੂੰ ਉਹ ਖਤਮ ਹੋ ਰਹੀ ਆ। ਆਪਦਾ 5 ਸਾਲ ਦਾ ਪੀਰੀਅਡ ਪੂਰਾ ਕਰਕੇ ਜਿਹੜੀ ਕੰਪਨਸੇਸ਼ਨ ਦੀ ਜਿਹੜੀ ਸਕੀਮ ਗਵਰਨਮੈਂਟ ਆਫ ਇੰਡੀਆ ਲਾਗੂ 5 ਸਾਲਾਂ 'ਚ ਖਤਮ ਹੋ ਰਹੀ ਆ। ਜੀ 14000 ਕਰੋੜ ਦਾ ਤਕਰੀਬਨ ਨੁਕਸਾਨ ਮੈਂ ਦੱਸ ਰਿਹਾ ਹੈਗਾ ਕਿ ਗਵਰਨਮੈਂਟ ਆਫ ਇੰਡੀਆ ਦੀ ਕੀ ਮਤਲਬ ਕਿ ਤੁਹਾਡੇ ਤੇ ਸ਼ਰਤ ਕੀ ਸੀਗੀ। ਗਵਰਨਮੈਂਟ ਆਫ ਇੰਡੀਆ ਕਹਿੰਦੀ ਸੀਗੀ, ਫਾਈਨਾਂਸ ਡਿਪਾਰਟਮੈਂਟ ਇੰਡੀਆ ਦਾ ਇਹ ਕਹਿੰਦਾ ਸੀਗਾ ਕਿ ਤੁਸੀਂ 14% ਦੀ ਗਰੋਥ ਕਰਨੀ ਆ। ਸਟੇਟ 14% ਰੈਵਨਿਊ ਦਾ ਐਵਰੀ ਈਅਰ ਗਰੋਥ ਕਰੇਗਾ, ਪੈਸਾ ਕਮਾਊਗਾ। ਜੇ ਨਹੀਂ ਕਮਾਊਗਾ, ਉਹਨਾਂ ਨੇ ਅਸ਼ੋਰੈਂਸ ਦਿੱਤੀ ਜੇ ਤੁਹਾਡੇ ਕੋਲ 14 ਨਹੀਂ ਕਮਾ ਸਕਦੇ ਤਾਂ ਅਸੀਂ ਤੁਹਾਡੀ ਹੈਲਪ ਕਰਾਂਗੇ। ਗਵਰਨਮੈਂਟ ਆਫ ਇੰਡੀਆ ਨੇ ਅਸ਼ੋਰੈਂਸ ਜਿਹੜੀ ਆ ਸਾਰੇ ਸਟੇਟਾਂ ਨੂੰ ਦਿੱਤੀ ਔਰ ਉਹਦੇ 'ਚ ਪੰਜਾਬ ਵੀ ਸੀਗਾ। ਇਹਨਾਂ ਨੇ ਕਮਾਉਣਾ ਬੰਦ, ਇਹਨਾਂ ਮਾਂ ਦੇ ਪੁੱਤਾਂ ਨੇ ਬਿਲਕੁਲ ਕਮਾਉਣਾ ਬੰਦ ਕਰਤਾ ਤੇ ਸਿਰਫ ਜਿਹੜੇ ਕੇਂਦਰ ਸਰਕਾਰ ਕੰਪਨਸੇਸ਼ਨ ਤੇ ਡਿਪੈਂਡ ਕਰਨ ਲੱਗੀ। ਜੀ ਹਾਂਜੀ, ਕੰਪਨਸੇਸ਼ਨ ਤੇ ਮਿਲ ਜਾਣਾ, ਸਟੇਟ ਦਾ ਕੰਮ ਚੱਲ ਜਾਣਾ ਤੇ ਆਪਾਂ ਨੇ ਕੀ ਲੈਣਾ ਪੈਰਾਂ ਤੇ ਖੜੇ ਹੋਣ ਦੀ ਗੱਲ। ਪੈਰਾਂ ਤੇ ਖੜੇ ਹੋਣ ਦਾ ਯਤਨ ਇਸ ਪੁਰਾਣੀ ਸਰਕਾਰ ਨੇ 1% ਵੀ ਨਹੀਂ ਕੀਤਾ ਹੈਗਾ। ਜੇ ਥੋੜਾ ਬਹੁਤਾ ਵੀ ਯਤਨ ਕਰਦੇ। ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸਰਕਾਰ ਦੀ ਆਮਦਨ ਸੀ ਸਪੈਸ਼ਲੀ 2020 ਤੇ 21 ਵਿੱਚ ਬਹੁਤ ਗਿਰੀ ਹੈ, ਉਹ ਤਾਂ ਮਾਈਨਸ ਵਿੱਚ ਗਈ ਹੈ ਤੇ ਪੂਰੇ ਦੇਸ਼ ਤੇ ਗਈ ਸੀ। ਉਹ ਸੰਕਟ ਸਾਰੇ ਦੇਸ਼ ਤੇ ਮਹਾਮਾਰੀ ਦਾ ਆਇਆ ਸੀਗਾ, ਜਿਹੜੀ ਅੱਜ ਵੱਧਦੀ ਵੀ ਹੈ। ਪਿਛਲੇ ਸਾਲ ਜਿਹੜੇ ਕਹਿ ਰਹੇ ਆ ਕਿ ਵਾਧਾ ਹੋਇਆ, ਉਹ ਵੀ ਆਈ ਥਿੰਕ 5% ਵੱਧਦੀ ਹੈ ਤੇ ਪਿਛਲੇ ਸਾਲ -6% ਸੀ। ਅਜੇ ਵੀ ਅਸੀਂ ਘਾਟੇ ਵਿੱਚ, ਅਸੀਂ ਟੇਕ ਆਫ ਕਰੀਏ ਘਾਟੇ ਵਿੱਚ ਹੈਗੇ ਆ ਤੇ ਤੁਹਾਡੇ ਵਾਸਤੇ ਉਹ ਚੁਣੌਤੀ ਬੜੀ ਹੈ ਕਿ ਤੁਸੀਂ ਉਹਨੂੰ ਡਬਲ ਡਿਜਿਟ ਤੇ ਲੈ ਕੇ ਜਾਣਾ ਚਾਹੁੰਦੇ ਹੋ। ਬਿਲਕੁਲ ਚੁਣੌਤੀ ਬਹੁਤ ਵੱਡੀ ਆ, ਪਰ ਲੇਕਿਨ ਸਾਡੇ ਇਰਾਦੇ ਬੁਲੰਦ ਨੇਗੇ। ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਰਾਦੇ ਬੁਲੰਦ ਨੇਗੇ। ਉਹਨਾਂ ਨੇ ਕਿਹਾ ਹੈਗਾ ਕਿ 100% ਪੈਸੇ ਵਧਾਉਣੇ ਨੇਗੇ, ਮਾਲੀਆ ਵਧਾਉਣਾਗਾ, ਮਾਲੀਆ ਇਕੱਠਾ ਕਰਨਾਗਾ। ਸ਼ਰਾਬ ਦੀ ਪਾਲਿਸੀ ਲਗਭਗ 20 ਸਾਲਾਂ ਤੋਂ ਇੱਕੋ ਜਿਹੀ ਚੱਲਦੀ ਆ ਰਹੀ ਹੈ। ਸਰਕਾਰਾਂ ਬੇਸ਼ੱਕ ਕਹਿਣ ਨੂੰ 3-4 ਬਦਲ ਗਈਆਂ, ਪਰ ਲੇਕਿਨ ਤਿੰਨਾਂ ਪਾਰਟੀਆਂ ਦੀ ਸਰਕਾਰ ਰਹੀ। ਅਕਾਲੀ ਦਲ, BJP ਦਾ ਗੱਠਜੋੜ, ਕਾਂਗਰਸ ਪਾਰਟੀ, ਇਹ ਦੋਨਾਂ ਦੀ ਲਗਭਗ 20 ਸਾਲ ਤੋਂ 25 ਸਾਲ ਸਰਕਾਰ ਨੂੰ ਪਾਲਿਸੀ ਸੇਮ ਸੀ। ਪਾਲਿਸੀ 'ਚ ਬਦਲਾਅ ਨਹੀਂ ਕਰਦੇ ਸੀ ਲੋਕ, ਸਰਕਾਰ ਬਦਲ ਦਿੰਦੇ ਸੀਗੇ ਪਰ ਇਹ ਪਾਲਿਸੀ ਨਹੀਂ ਬਦਲਦੇ ਸੀਗੇ। ਪਹਿਲੀ ਵਾਰ ਅਸੀਂ ਪਾਲਿਸੀ ਬਦਲੀ ਆ ਔਰ ਲਗਭਗ ਸਾਨੂੰ ਡਬਲ ਜੰਪ ਹੋ ਰਿਹਾ ਹੈਗਾ। ਸਾਨੂੰ ਪੂਰੀ 100% ਉਮੀਦ ਆ। ਜਿਸ ਤਰ੍ਹਾਂ ਸਾਡੀ ਜਿਹੜੀ ਬਿਡਿੰਗ ਦੀ ਪ੍ਰੋਸੈਸ ਹੁਣ ਬਿਡਿੰਗ ਚੱਲ ਰਹੀ ਹੈ, ਇਸ ਟਾਈਮ 30 ਤੱਕ ਬਿਡਿੰਗ ਹੋਣੀ ਹੈ, ਜਿਹੜਾ ਚੱਲ ਰਿਹਾ ਮੈਂ ਦੱਸਦਾ, ਉਹ ਸਾਨੂੰ 56% ਦਾ ਉਛਾਲ ਨਜ਼ਰ ਆ ਰਿਹਾ ਹੈਗਾ। ਸੋ ਅਸੀਂ ਸੋਧੀ ਉਹ ਪਾਲਿਸੀ ਸੋਧੀ। ਬੇਸ਼ੱਕ ਸਾਡਾ ਵਿਰੋਧ ਵੀ ਹੋਇਆ, ਬਹੁਤ ਸਾਰੇ ਲੋਕਾਂ ਨੇ ਵਿਰੋਧ ਕਰਨ ਦਾ ਯਤਨ ਕੀਤਾ, ਪਰ ਲੇਕਿਨ ਅਸੀਂ ਪਾਲਿਸੀ ਸੋਧੀ। ਸਾਡੇ ਕੋਲ ਪੈਸੇ ਦੀ ਮੈਂ ਗੱਲ ਕਰ ਰਿਹਾ, ਉਹ ਪੈਸਾ ਆਇਆ। ਸੋ ਜਿਹੜਾ ਇਸ ਪੁਰਾਣੇ 10 ਸਾਲਾਂ 'ਚ ਇੱਕ ਨਵੀਂ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਪੁਰਾਣੇ 10 ਸਾਲਾਂ ਦੇ ਵਿੱਚ ਸਾਡੀ ਡਿਪੈਂਡੈਂਸੀ ਜਿਹੜੀ ਆ ਉਹ ਸੈਂਟਰ ਦੇ ਉੱਤੇ, ਗਵਰਨਮੈਂਟ ਆਫ ਇੰਡੀਆ ਦੇ ਉੱਤੇ, ਗਵਰਨਮੈਂਟ ਆਫ ਇੰਡੀਆ ਦੇ ਫਾਈਨਾਂਸ ਦੇ ਉੱਤੇ ਲਗਭਗ 23% ਡਿਪੈਂਡ ਕਰ ਗਈ। 23% ਸਾਨੂੰ ਗਵਰਨਮੈਂਟ ਆਫ ਇੰਡੀਆ ਤੇ ਡਿਪੈਂਡ ਕਰਨਾ ਪੈ ਗਿਆ ਔਰ ਸਾਡੀ ਇਨਕਮ ਸਟੇਟ ਦੀ 24% ਘਟ ਗਈ। ਇਟ ਮੀਨਸ ਕੀ ਹੋਇਆ ਕਿ ਅਸੀਂ ਇਹਨਾਂ ਲੋਕਾਂ ਨੇ ਸਾਨੂੰ ਸਰੈਂਡਰ ਕਰਾਤਾ ਸਟੇਟ ਦੇ ਸਾਹਮਣੇ, ਸਾਨੂੰ ਕੰਪਰੋਮਾਈਜ਼ ਸਿਚੁਏਸ਼ਨ 'ਚ ਲੈ ਕੇ ਖੜਾ ਕਰਤਾ। ਇਹ ਇਹਨਾਂ ਦਾ ਕੀ ਸੀ, ਇਹਨਾਂ ਦਾ ਆਰਥਿਕ ਤੌਰ ਤੇ ਮੈਂ ਸਮਝਦਾ ਦਿਵਾਲੀਆਪਣ ਸੀਗਾ, ਜਿਹੜਾ ਇਹਨਾਂ ਨੇ ਇੱਕ ਵੀ ਯਤਨ ਨਹੀਂ ਕੀਤਾ ਸਟੇਟ ਨੂੰ, ਸੂਬੇ ਨੂੰ ਆਪਣੇ ਪੈਰਾਂ ਤੇ। ਦੇਖੋ ਕੋਈ ਵੀ ਸੂਬਾ ਤਾਂ ਤਰੱਕੀ ਕਰਦਾ ਜੇ ਉਹਦੇ ਆਪਣੇ ਮਾਲੀਆ ਦੇ ਸਾਧਨ ਹੋਣਗੇ, ਆਪਣੇ ਪੈਸੇ ਹੋਣਗੇ। ਆਰਥਿਕ ਗੱਲਾਂ ਕਰਦੇ ਹਾਂ ਤਾਂ ਅਸੀਂ ਭਾਵੁਕ ਨਹੀਂ ਹੁੰਦੇ, ਸਿਆਣੇ ਇਹੀਓ ਕਹਿੰਦੇ ਨੇ। ਬਟ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ਰਾਬ ਮਾਫੀਆ ਕੰਟਰੋਲ ਕਰਨਾ ਜਾਂ ਨਵੀਂ ਪਾਲਿਸੀ ਲੈ ਕੇ ਆਉਣੀ, ਜੋ ਮੈਨੂੰ ਆਮਦਨ ਦੇ ਸੋਰਸ ਮੈਨੂੰ ਸਮਝ ਆ ਰਹੇ ਜੋ ਤੁਹਾਡੇ ਅੱਜ ਦੇ ਪੇਪਰ ਤੋਂ ਆ ਰਹੇ ਨੇ, ਸ਼ਰਾਬ ਮਾਈਨਿੰਗ ਤੇ GST ਕਲੈਕਸ਼ਨ ਵਧਾਉਣੀ ਹੈਗੀ ਹੈ, ਇਹਨਾਂ ਸਾਰਿਆਂ ਦੇ ਉੱਤੇ ਕੋਈ ਨਵਾਂ ਟੈਕਸ ਨਹੀਂ ਪੈ ਰਿਹਾ ਲੋਕਾਂ ਤੇ। ਸਭ ਚੀਜ਼ਾਂ ਸਿਰਫ ਇੱਕ ਚੀਜ਼ ਤੇ ਟਿਕੀਆਂ ਹੋਈਆਂ, ਇਮਾਨਦਾਰੀ ਤੇ। ਤੁਹਾਨੂੰ ਲੱਗਦਾ ਹੈ ਇਮਾਨਦਾਰੀ ਨਾਲ ਤੁਸੀਂ ਇੰਨਾ ਕਰ ਪਾਓਗੇ ਕਿ ਜਿਹੜਾ ਤੁਸੀਂ ਥੋੜ੍ਹਾ ਜਿਹਾ ਕਰਜ਼ਾ ਵਾਪਸ ਵੀ ਕਰੋਗੇ, ਸਾਰੇ ਜੋ ਇੰਨੇ ਵੱਡਾ ਤੁਸੀਂ ਬਜਟ ਦਿੱਤਾ ਹੈ 1,55,000 ਕਰੋੜ ਦਾ, ਇਹਨੂੰ ਪੂਰਾ ਵੀ ਕਰ ਪਾਓਗੇ? ਸਿਰਫ ਇਮਾਨਦਾਰੀ ਇੰਨੀ ਜ਼ਿਆਦਾ ਸਾਨੂੰ ਮਤਲਬ ਘਾਟ ਹੈ ਇਮਾਨਦਾਰੀ ਦੀ ਸਟੇਟ ਵਿੱਚ। ਬਿਲਕੁਲ। ਹੁਣ ਤੱਕ ਜਿਹੜਾ ਸਾਡਾ ਸੂਬਾ ਚਲਾਇਆ ਜਾਂਦਾ ਸੀਗਾ ਉਹਦੇ 'ਚ ਇਮਾਨਦਾਰੀ ਨਾਂ ਦੀ ਕੁਝ ਚੀਜ਼ ਨਹੀਂ ਸੀਗੀ। ਸੋ ਇਸ ਵਾਰ ਮੈਂ ਛੋਟੇ ਜਿਹੇ ਇੱਕ ਐਗਜ਼ਾਮਪਲ ਦੇਵਾਂ ਕਿ ਇੱਕ MLA ਇੱਕ ਪੈਨਸ਼ਨ ਦਾ ਸਿਧਾਂਤ ਜਿਹੜਾ ਅਸੀਂ ਲਾਗੂ ਕੀਤਾ, ਉਹਦੇ ਨਾਲ ਸਾਡੀ ਲਗਭਗ 19.5 ਕਰੋੜ 19.5 ਕਰੋੜ ਤੋਂ ਵੱਧ ਜਿਹੜੀ ਆ ਸਾਲਾਨਾ ਬਚਤ ਹੋਊਗੀ। 5 ਸਾਲਾਂ 'ਚ ਕਿੰਨੀ ਹੋ ਗਈ ਜੀ? 100 ਕਰੋੜ ਹੋ ਗਿਆ। 100 ਕਰੋੜ ਰੁਪਇਆ ਬਚ ਰਿਹਾ। ਸੋ ਇਸੇ ਤਰੀਕੇ ਜੇ ਮਾਈਨਿੰਗ ਦੇ ਵਿੱਚ ਕਿੰਨਾ ਜੰਪ ਕਰਦੇ ਆ,
ਸ਼ਰਾਬ ਦੇ ਵਿੱਚ ਕਿੰਨਾ ਜੰਪ ਕਰਦੇ ਆ, ਜੀਐਸਟੀ ਦੀ ਚੋਰੀ ਰੋਕਣ 'ਚ ਕਿੰਨੇ ਸਫਲ ਦੇਖੋ ਜੀਐਸਟੀ ਦੀ ਚੋਰੀ ਤਾਂ ਸਫਲ ਹੋਊਗੀ ਨਾ, ਜਿਹੜੀ ਜੀਐਸਟੀ ਦੀ ਚੋਰੀ ਹੈ ਤਾਂ ਰੁਕੂਗੀ ਨਾ ਜੇਕਰ ਇਮਾਨਦਾਰ ਲੋਕ ਸਰਕਾਰ 'ਚ ਹੋਣਗੇ, ਜੇਕਰ ਇਮਾਨਦਾਰੀ ਨਾਲ ਸਰਕਾਰ ਚਲਾਉਣਗੇ, ਇਮਾਨਦਾਰੀ ਨਾਲ ਅਫਸਰਾਂ ਨਾਲ ਗੱਲ ਕਰਨਗੇ। ਜੇਕਰ ਹੁਣ ਤੁਸੀਂ ਬੇਈਮਾਨੀ ਦੇ ਨਾਲ ਜੇ ਤੁਸੀਂ ਜਿਹੜਾ ਮੰਤਰੀ ਆ ਜਾਂ ਜਿਹੜਾ ਹੈੱਡ ਆਫ ਦੀ ਜਿਹੜਾ ਡਿਪਾਰਟਮੈਂਟ ਆ ਜੇ ਉਹੀ ਕਰਪਟ ਹੋ ਗਿਆ ਤਾਂ ਫਿਰ ਥੋੜ੍ਹੀ ਖਜ਼ਾਨਾ ਭਰਿਆ ਜਾਣਾਗਾ, ਫਿਰ ਥੋੜ੍ਹੀ ਕਰੈਕਸ਼ਨ ਵਧਣੀ ਆ। ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਮੇਰੇ ਕੋਲ ਜਥੇਬੰਦੀ ਆਈ ਕਹਿੰਦੀ ਤੁਸੀਂ ਆਹ ਜਿਹੜਾ ਪ੍ਰੋਸੀਜਰ ਟਾਈਟ ਕੀਤਾ ਗਾ, ਸਖਤ ਕੀਤਾ ਗਾ, ਇਹਨੂੰ ਠੀਕ ਕਰੋ। ਮੈਂ ਕੀ ਹੋਗਾ, ਤੁਹਾਨੂੰ ਕੀ ਤਕਲੀਫ ਆ ਗਈ? ਉਹ ਕਹਿੰਦੇ ਜੀ ਸਾਡਾ 50% ਕੰਮ ਘਟ ਗਿਆ, ਕਹਿੰਦੇ 50% ਸਾਡਾ ਕੰਮ ਘਟ ਗਿਆ ਜੀ। ਤੇ ਮੈਂ ਉਹਨਾਂ ਨੂੰ ਆਪਦਾ ਫਿਗਰ ਕੱਟ ਕੇ ਦਿਖਾਇਆ ਕਿ ਮੇਰਾ 'ਚ ਤਾਂ 42% ਮੇਰਾ ਰੈਵਨਿਊ ਵੱਧ ਗਿਆ ਜੀ। ਤੁਸੀਂ ਕਹੀ ਜਾਂਦੇ ਕਿ ਮੇਰਾ 50% ਕੰਮ ਘਟ ਗਿਆ, ਰੈਵਨਿਊ ਥੋਤੋਂ ਲੈ ਰਹੇ ਹੋਗੇ, ਤੁਸੀਂ ਸਾਨੂੰ 50% 42% ਐਕਸਟਰਾ ਦੇਣ ਲੱਗੇ। ਇਹਦਾ ਮਤਲਬ ਕੀ ਹੋਇਆ ਕਿ ਚੋਰੀ ਖਤਮ ਹੋ ਗਈ, ਟੈਕਸ ਵਧਣ ਲੱਗ ਗਿਆ। ਸੋ ਹੌਲੀ ਹੌਲੀ ਆਦਤ ਪਾਉਣੀ ਪੈਣੀ ਆ, ਆਦਤ ਪਾਉਣੀ ਪੈਣੀ ਆ। ਡਰ ਵੇਖੋ ਤੁਸੀਂ ਅੱਜ ਕਿਹਾ ਕਿ ਮੈਂ ਜੀਐਸਟੀ ਕਲੈਕਟ ਕਰਨ ਲਈ ਤਕਨੀਕੀ ਤੌਰ ਤੇ ਕੁਝ ਚੇਂਜਸ ਲਿਆਵਾਂਗਾ, ਉਹਨਾਂ ਕੋਈ ਇੰਸਪੈਕਟਰ ਰਾਜ ਤੇ ਨਹੀਂ ਆਉਣ ਲੱਗਾ ਜਿਹੜਾ ਆਮ ਲੋਕਾਂ ਤੇ ਹਾਵੀ ਹੋਏਗਾ? ਨੋ ਇੰਟੈਲੀਜੈਂਟ ਜਿਹੜੇ ਯੂਨਿਟ ਨੇ, ਇੰਟੈਲੀਜੈਂਟ ਟੈਕਨੀਕਲ ਯੂਨਿਟ ਜਿਹੜੇ ਹੈਗੇ ਨੇ ਸਥਾਪਿਤ ਕੀਤੇ ਜਾਣਗੇ। ਕੋਈ ਇੰਸਪੈਕਟਰੀ ਰਾਜ ਨਹੀਂ ਹੋਊਗਾ। ਹਾਂ ਅੱਜ ਕੱਲ੍ਹ ਤੁਹਾਨੂੰ ਪਤਾ ਯੁੱਗ ਹੈਗਾ ਸੰਚਾਰ ਦੇ ਸਾਧਨਾਂ ਦਾ ਯੁੱਗ ਆ, ਸੰਚਾਰ ਦੇ ਇਹਨਾਂ ਵਿੱਚ ਹੀ ਇੰਸਪੈਕਟਰ ਰਾਜ ਭਾਵੇਂ ਉਹ ਸਾਈਬਰ ਕ੍ਰਾਈਮ ਕਹਿ ਲਓ ਜਾਂ ਉਹਨੂੰ ਚੋਰ ਕਹਿ ਲਓ, ਮਤਲਬ ਇੰਸਪੈਕਟਰ ਰਾਜ ਦਾ ਵੀ ਨਾਮ ਬਦਲ ਸਕਦਾ ਹੈ ਕਿ ਇੰਟੈਲੀਜੈਂਸ ਉਹ ਤੇ ਨਹੀਂ ਹੋਏਗੀ, ਨਹੀਂ ਹੋਊਗਾ। ਜਿਹੜਾ ਕੋਈ ਦੇਖੋ ਆਹ ਮੋਬਾਈਲ ਦੇ ਉੱਤੇ ਤੁਹਾਡੀ ਗੱਲ ਹੋਈ ਆ ਕਿ ਹਾਂ ਜੀ ਤੁਸੀਂ ਇਹ ਗੱਡੀ ਚਲਾਤੀ ਤੇ ਗੱਡੀ ਪਹੁੰਚ ਗਈ, ਜੇ ਉਹੀ ਗੱਡੀ ਜਿਹੜੀ ਆ ਰਾਸਤੇ ਵਿੱਚ ਟੈਕਸ ਚੋਰੀ ਕਰਦੀ ਫੜ ਕੇ ਸਾਡੇ ਰਡਾਰ ਤੇ ਆ ਜਾਊਗਾ, ਅਸੀਂ ਫੜ ਕੇ ਟੈਕਸ ਜੁਰਮਾਨਾ ਕਰ ਦਿਆਂਗੇ ਤੇ ਹੌਲੀ ਹੌਲੀ ਉਹ ਖਤਮ ਹੋ ਜਾਊਗਾ। ਸੋ ਬਿਲਕੁਲ ਕਿਸੇ ਵੀ ਜਿਹੜਾ ਇਮਾਨਦਾਰ ਵਿਅਕਤੀ ਆ ਉਹਨੂੰ ਕੋਈ ਵੀ ਆਂਚ ਨਹੀਂ ਆਊਗੀ। ਇਮਾਨਦਾਰੀ ਨਾਲ ਬਿਜ਼ਨਸ ਕਰਨ ਦੀ 100% ਪੰਜਾਬ 'ਚ ਖੁੱਲ੍ਹਾ, ਕਿਸੇ ਪ੍ਰਕਾਰ ਦਾ ਕੋਈ ਵੀ ਕਿਸੇ ਨੂੰ ਤੰਗ ਕਰੂਗਾ ਅਸੀਂ ਹਾਜ਼ਰ ਖੜ੍ਹੇ ਹਾਂ, ਉਹਦੀ ਪ੍ਰੋਟੈਕਸ਼ਨ ਦੇ ਲਈ ਸਰਕਾਰ ਆ ਗਈ। ਪਰ ਹਾਂ ਜੇ ਕੋਈ ਬੇਈਮਾਨ ਆ ਜਾਂ ਟੈਕਸ ਚੋਰੀ ਕਰਦਾ ਉਹਨੂੰ ਆਪਦੇ ਆਪ ਨੂੰ ਜਿਹੜੀ ਆ ਉਹ ਛੱਡ ਦੇਣੀ ਚਾਹੀਦੀ ਆ। ਅਸੀਂ ਸਕੰਜਾ ਕਸਾਂਗੇ, ਅਸੀਂ ਟੈਕਸ ਵਧਾਉਣਾਗਾ ਔਰ ਸਟੇਟ ਨੂੰ ਸੂਬੇ ਨੂੰ ਆਪਣੇ ਪੈਰਾਂ ਤੇ ਖੜੇ ਕਰਨਾਗਾ। ਸਰ ਵਾਈਟ ਪੇਪਰ ਤੁਸੀਂ ਸੀਸੀਐਲ ਲਿਮਿਟ ਦੀ ਗੱਲ ਕੀਤੀ ਹੈ, 30,000 ਕਰੋੜ ਜਿਹੜਾ ਚੂਹੇ ਖਾ ਗਏ ਸੀ ਉਹ ਵਾਲਾ ਹੈਗਾ, ਤੇ ਉਹਦਾ ਹੁਣ 57 ਕਰੋੜ ਅਸੀਂ ਪੇ ਕਰ ਰਹੇ ਹਾਂ ਪੰਜਾਬ ਸਰਕਾਰ। ਬਿਲਕੁਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਇਲੈਕਸ਼ਨ ਦੇ ਨੇੜੇ, ਇਲੈਕਸ਼ਨ ਤੋਂ ਬਾਅਦ ਅਨਾਉਂਸਮੈਂਟ ਤੋਂ ਹੋਣ ਤੋਂ ਬਾਅਦ ਜਿਹੜੀ ਸੀਸੀਐਲ ਲਿਮਟ ਨੂੰ ਜਿਹੜੀ ਕਰਜ਼ੇ 'ਚ ਤਬਦੀਲ ਕਰਾ ਕੇ ਲਿਆ ਗਈ, ਇੱਕ ਵੱਡਾ ਆਰਥਿਕ ਬੋਝ ਸੀ ਜਿਹੜਾ ਪੰਜਾਬ ਦੇ ਉੱਤੇ ਕਿਹਾ ਜਾਂਦਾ ਸੀਗਾ ਕਿ ਸਰਕਾਰ ਤੇ ਕੇਂਦਰ ਤੇ ਸੂਬੇ ਸਰਕਾਰ ਨੇ ਅੱਧਾ ਵੰਡ ਲਿਆ, ਨਹੀਂ ਵੰਡਿਆ। ਬਿਲਕੁਲ ਝੂਠ ਬੋਲਿਆ ਗਿਆ ਜੀ, ਬਿਲਕੁਲ ਕੋਹਾਂ ਮਤਲਬ ਲੁਕੋ ਕੇ ਰੱਖਿਆ ਗਿਆ। ਉਹ ਸਾਰਾ ਹੈਗਾ ਕਰਜ਼ੇ 'ਚ ਤਬਦੀਲ ਹੋ ਗਿਆ, ਜਿਹੜਾ ਪੈਸਾ ਦੇਣਾ ਸੀ ਕਰਜ਼ੇ 'ਚ ਤਬਦੀਲ ਹੋ ਗਿਆ ਔਰ ਸਾਨੂੰ 32,000 ਕਰੋੜ ਰੁਪਏ ਇੱਕੋ ਦਮ ਪੰਜਾਬ ਦੇ ਉੱਤੇ ਆ ਕੇ ਵਜਨ ਡਿੱਗ ਗਿਆ। ਸੋ ਉਹ ਸਾਨੂੰ ਹੁਣ ਮੋੜਨਾ ਪੈ ਰਿਹਾ। ਸੋ ਬਹੁਤ ਮਤਲਬ ਇੱਕ ਭਾਰੀ ਸੈਟਬੈਕ ਜਿਹੜੀ ਆ 57 ਕਰੋੜ ਦਾ ਫਾਲਤੂ, ਹਾਂ ਯੈਸ ਉਹ ਪੰਜਾਬ ਦੇ ਖਜ਼ਾਨੇ ਤੇ ਵੱਜੀ ਹੈ। ਇਹ ਤਾਂ ਹੀ ਮੈਂ ਬਾਰ-ਬਾਰ ਕਹਿ ਰਿਹਾ ਨਾ ਕਿ ਇਹਨਾਂ ਨੇ ਤਾਂ ਬੇਰਹਿਮੀ ਦੇ ਨਾਲ ਇੱਕ ਕਾਤਲਾਨਾ ਤਰੀਕੇ ਦੇ ਨਾਲ ਸਾਡੇ ਖਜ਼ਾਨੇ ਨੂੰ ਮਾਰਿਆ, ਸਾਡੀ ਇਕਨੋਮੀ ਨੂੰ ਤਬਾਹ ਕੀਤਾ। ਜਿਵੇਂ ਨਹੀਂ ਕਹਿੰਦੇ ਖੰਜਰ ਜਿਹੜਾ ਹੈਗਾ ਲੈ ਕੇ ਪੈ ਗਏ, ਉਹਦੇ ਖਜ਼ਾਨੇ 'ਚ ਮਾਰੀ ਗਿਆ, ਬੜੀ ਬੇਰਹਿਮੀ ਨਾਲ ਲੁੱਟਦੇ ਰਹੇ, ਕੋਈ ਧਿਆਨ ਨਹੀਂ ਦਿੱਤਾ। ਸਰ ਜਿਹੜਾ ਤੁਸੀਂ ਕਹਿੰਦੇ ਹੋ ਕਰਜ਼ਾ ਅੱਜ ਦੇ ਦਿਨ ਪੰਜਾਬ ਤੇ 2,63,000 ਕਰੋੜ ਦਾ ਹੈਗਾ, ਤੁਸੀਂ ਨਾਲ ਇਹ ਵੀ ਕਿਹਾ ਕਿ ਜਿਹੜੀ ਕਾਰਪੋਰੇਸ਼ਨ ਦਾ ਕਰਜ਼ਾ ਹੈਗਾ ਜਿਹੜਾ 55,000 ਉਹ ਵੱਖਰਾ ਹੈ ਕਿ ਇਹਦੇ ਵਿੱਚ ਸ਼ਾਮਿਲ ਹੈ? 2,63,000 ਇੱਕ ਹੋ ਗਿਆ, 55,000 ਸਮਥਿੰਗ ਇੱਕ ਹੋ ਗਿਆ ਔਰ ਉਸ 55,000 ਚੋਂ 22,200 ਸਮਥਿੰਗ ਦੀ ਜਿਹੜੀ ਆ ਰਾਜ ਸਰਕਾਰ ਨੇ ਗਰੰਟੀ ਲਈ ਹੋਈ ਹੈ। ਇਹ ਇੰਨਾ ਜਿਹੜਾ ਕਰਜ਼ਾ ਉਹ ਪੰਜਾਬ ਤੇ ਆ, ਪੰਜਾਬ ਦੀਆਂ ਜਿਹੜੀਆਂ ਕਾਰਪੋਰੇਸ਼ਨ ਜੇ ਉਹਨਾਂ ਤੇ ਆ, ਪੰਜਾਬ ਸਰਕਾਰ ਤੇ ਹੈਗਾ। ਸੋ ਇਹ ਬਿਲਕੁਲ ਤੁਹਾਡੀ ਗੱਲ ਮੈਂ ਵੱਡੀ ਕਰ ਦਾਂਗਾ ਕਿ ਬਿਲਕੁਲ ਸੂਬੇ ਦੇ ਜਿਹੜੇ ਆਰਥਿਕ ਹਾਲਾਤ ਨੇ ਕੋਈ ਬਾਹਲੇ ਚੰਗੇ ਨਹੀਂ ਸੀ, ਪਰ ਲੇਕਿਨ ਇਮਾਨਦਾਰ ਲੋਕਾਂ ਦੀ ਸਰਕਾਰ ਆਈ ਆ। ਬਿਲਕੁਲ ਜੋ ਵਾਅਦਾ ਕਰਕੇ ਆਏਗੇ, ਜੋ ਕਮਿਟਮੈਂਟ ਕਰਕੇ ਆਏਗੇ ਲੋਕਾਂ ਨਾਲ, ਉਹ ਤੇ ਖਰੇ ਉਤਰਾਂਗੇ। ਇੱਕ ਪੈਸਾ ਬਚਾ ਕੇ ਖਜ਼ਾਨੇ 'ਚ ਲੈ ਕੇ। ਸਰ ਇਹਦੇ ਵਿੱਚ ਅਸੀਂ ਇਹ ਵੀ ਜੋ ਵਾਈਟ ਪੇਪਰ ਮੈਂ ਪੜ੍ਹ ਰਹੀ ਸੀ, ਕਿਸਾਨ ਦੀ ਕਰਜ਼ਾ ਮਾਫੀ ਦਾ ਵੀ 1,500 ਕਰੋੜ ਪਿਆ ਹੈਗਾ, ਪਾਵਰ ਸਬਸਿਡੀ ਦਾ ਵੀ ਪੈਸਾ ਪਿਆ ਹੈਗਾ, 6ਵੀਂ ਪੇ ਕਮਿਸ਼ਨ ਦਾ ਵੀ ਪੈਸਾ ਹੈਗਾ ਜੋ ਤੁਹਾਡੇ ਸਿਰ ਤੇ ਹੋ ਰਿਹਾ ਹੈ। ਸੋ ਇਹ ਸਭ ਅਸੀਂ ਐਡ ਕਰਦੇ ਰਾਂਗੇ 2,63,000 ਕਰੋੜ ਤੇ। ਇਹ ਉਸ ਤੋਂ ਵਾਧੂ ਕਿ ਉਹਦੇ ਵਿੱਚ ਉਹਦਾ ਹਿੱਸਾ ਹੋਏਗਾ? ਕਮਿਟਡ ਲਾਇਬਿਲਟੀਜ਼ ਜਿਹੜੀਆਂ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਆਪਣੇ ਬਿਜਲੀ ਦੇ ਖਰਚੇ ਦੇਣੇ ਹੀ ਨੇ ਜੀ, ਪਾਣੀ ਦੇ ਦੇਣੇ ਨੇ ਜੀ, ਜਿਹੜਾ ਬੱਚਿਆਂ ਦੀ ਫੀਸ ਆ ਜਾਊਗੀ ਜੀ, ਉਹ ਕਮਿਟਡ ਖਰਚੇ ਸਾਡੇ 66,000 ਕਰੋੜ ਦੇ ਨੇੜੇ ਨੇਗੇ। 66,000 ਕਰੋੜ ਦੇ ਨੇੜੇ ਨੇ, ਜਿਨ੍ਹਾਂ ਵਿੱਚ ਸਾਡੇ ਇੰਪਲਾਈਜ਼ ਜਿਹੜੇ ਸਾਡੇ ਕਰਮਚਾਰੀ ਨੇਗੇ ਉਹਨਾਂ ਦੀ ਤਨਖਾਹਾਂ, ਜਿਹੜੇ ਸਾਡੇ ਰਿਟਾਇਰ ਹੋ ਚੁੱਕੇ ਪੈਨਸ਼ਨਰ ਨੇ ਉਹਨਾਂ ਦੇ ਪੈਨਸ਼ਨ, ਉਹਨਾਂ ਦੇ ਪੈਨਸ਼ਨ ਦੀ ਬੈਨੀਫਿਟ, ਜਿਹੜਾ ਸਾਡਾ ਕਰਜ਼ਾ ਗਾ, ਕਰਜ਼ੇ ਦਾ ਵਿਆਜ,
ਇਸ ਕਿਉਂਕਿ ਵਿਆਜ ਦੇਣਾ ਪੈਣਾ ਗਾ ਜੀ, ਵਿਆਜ ਨਹੀਂ ਦੇਵਾਂਗੇ ਤਾਂ ਅਸੀਂ ਡਿਫਾਲਟਰ ਹੋ ਜਾਾਂਗੇ। ਸੋ 66,000 ਕਰੋੜ ਤਾਂ ਸਾਡਾ ਕਮਿਟਡ ਲਾਇਬਿਲਿਟੀ 'ਚ ਜਾਂਦਾ ਗਾ, ਔਰ ਬਚ ਗਿਆ ਲਗਭਗ 44,000 ਕਰੋੜ ਰੁਪਈਆ, ਉਹ ਅਸੀਂ ਪੈਸੇ ਨੂੰ ਜਿਹੜਾ ਹੈਗਾ ਸਾਰੇ ਦੂਜੇ ਕੰਮਾਂ ਤੇ ਲਾਵਾਂਗੇ। ਸਰ ਜਿਹੜਾ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਵੀ ਆਟਾ ਦਾਲ ਅਸੀਂ ਮੁਫਤ ਦੇ ਕੇ, ਲੋਕ ਵੀ ਕਹਿੰਦੇ ਸਾਨੂੰ ਮੁਫਤ ਆਟਾ ਦਾਲ ਨਹੀਂ ਚਾਹੀਦਾ, ਸਾਨੂੰ ਨੌਕਰੀਆਂ ਚਾਹੀਦੀਆਂ, ਸਾਨੂੰ ਇੱਕ ਇਹੋ ਜਿਹੀ ਵਾਤਾਵਰਨ ਚਾਹੀਦਾ ਜਿੱਥੇ ਅਸੀਂ ਆਪਣਾ ਕੰਮ ਕਰ ਸਕੀਏ। ਉੱਥੇ ਅਸੀਂ ਮੁਫਤ ਵਰਦੀਆਂ ਸਭ ਨੂੰ ਦੇਤੀਆਂ, ਉਹ ਜ਼ਰੂਰਤ ਸੀਗੀ? ਦੇਖੋ ਬਿਲਕੁਲ ਹੀ ਸਟੇਟ ਦੀ ਵੈਲਫੇਅਰ ਦੇ ਲਈ, ਸਟੇਟ ਦੀ ਵੈਲਫੇਅਰ ਕਰਨਾ ਸਰਕਾਰਾਂ ਦਾ ਜਿਹੜਾ ਹੈਗਾ ਪਹਿਲਾ ਸਿਧਾਂਤ ਹੈਗਾ। ਸਰਕਾਰ ਲੋਕ ਚੁਣਦੇ ਨੇ ਆਪਣੀ ਵੈਲਫੇਅਰ ਲਈ ਚੁਣਦੇ ਨੇਗੇ, ਔਰ ਟੈਕਸ ਪੇਅਰ ਆਪਦਾ ਪੈਸਾ ਦਿੰਦੇ ਨੇਗੇ। ਸੋ ਅਸੀਂ ਬਿਲਕੁਲ ਇਕੱਲਾ ਪੰਜਾਬ 'ਚ ਨਹੀਂ, ਕੋਈ ਜਿਹੜੇ ਆਪਾਂ ਫਰੀ ਬੀਜ਼ ਦੀ ਗੱਲ ਕਰ ਰਹੇ ਹਾਂ ਕਿ ਪੰਜਾਬ 'ਚ ਫੋਰਨ ਦੇ ਵਿੱਚ ਵੀ ਚਲੇ ਜਾਂਦੇ ਆ, ਅਮਰੀਕਾ ਇੰਗਲੈਂਡ 'ਚ ਵੀ ਚਲੇ ਜਾਂਦੇ ਆ, ਉਹਨਾਂ ਕੋਲ ਇੰਨਾ ਕਰਜ਼ਾ ਨਹੀਂ ਹੈ ਨਾ। ਨਹੀਂ ਉੱਥੇ ਅੱਛੀ ਦੇਖੋ, ਹੌਲੀ ਹੌਲੀ ਅਸੀਂ ਸਟੇਟ ਨੂੰ ਲੈ ਕੇ ਜਾਵਾਂਗੇ, ਅਸੀਂ ਖੜੇ ਥੋੜੀ ਰਹਿਣਾਗਾ, ਅਸੀਂ ਇੱਥੇ ਹੀ ਖੜੇ ਰਹਿਣਾਗਾ, ਅਸੀਂ ਮੁਕਾਬਲਾ ਨਾ ਕਰੀਏ ਉਹਨਾਂ ਦਾ। ਅਸੀਂ ਆਪਣੇ ਬੱਚਿਆਂ ਨੂੰ ਹੌਲੀ ਹੌਲੀ, ਜਦੋਂ ਸਾਡੇ ਬੱਚੇ ਸਾਡੇ ਸਟੇਟ ਦੀ ਸਹੂਲਤ ਦੇ ਨਾਲ ਅੱਛੀ ਐਜੂਕੇਸ਼ਨ ਪ੍ਰਾਪਤ ਕਰ ਜਾਣਗੇ, ਅੱਛੀ ਵਰਦੀ ਪਾ ਕੇ ਸਕੂਲ ਜਾਣਗੇ, ਉਹਨਾਂ ਦਾ ਕੌਨਫੀਡੈਂਸ ਲੈਵਲ ਵਧੂਗਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਕੰਪੀਟ ਕਰਨਗੇ। ਬੇਸ਼ੱਕ ਬਹੁਤ ਸਾਰੇ ਬੱਚੇ ਸਾਡੇ ਕਰ ਰਹੇ ਨੇ, ਕੋਈ ਸ਼ੱਕ ਨਹੀਂ, ਪਰ ਲੇਕਿਨ ਜਿਹੜੇ ਸਾਡੀ ਰਿਮੇਨਿੰਗ ਸੋਸਾਇਟੀ ਦਾ ਕੁਛ ਹਿੱਸਾ ਰਹਿ ਗਿਆ, ਉਹਨੂੰ ਵੀ ਡਿਵੈਲਪ ਕਰਨਾ ਸਾਡੀ ਜ਼ਿੰਮੇਵਾਰੀ ਹੈ, ਉਹ ਅਸੀਂ ਜ਼ਿੰਮੇਵਾਰੀ ਨਿਭਾ ਰਹੇ ਹਾਂਗੇ ਆਪਣੀ। ਤੁਸੀਂ ਗਾਰੰਟੀਆਂ ਕਿਹਾ ਕਿ 5 ਵਿੱਚੋਂ ਅਸੀਂ 4 ਪੂਰੀਆਂ ਕਰਤੀਆਂ, ਅਸੀਂ ਸਿਹਤ ਸਹੂਲਤਾਂ ਤੇ ਕੰਮ ਕਰਾਂਗੇ, ਐਜੂਕੇਸ਼ਨ ਤੇ ਕੰਮ ਕਰਾਂਗੇ। ਤੁਸੀਂ ਕਿਹਾ 300 ਯੂਨਿਟ ਅਸੀਂ ਮਾਫ ਕਰਾਂਗੇ। ਤੁਸੀਂ ਕਹਿ ਰਹੇ ਹੋ ਸਭ ਦਾ ਇੰਨਾ ਅਸੀਂ ਇੰਨੇ ਹਜ਼ਾਰ ਕਰੋੜ ਉਹਦੇ ਲਈ ਵੀ ਰੱਖਤਾ, ਸਭ ਦੇ ਲਈ ਕਿ ਇਹਦੇ ਵਿੱਚ ਵੀ ਕੋਈ ਪੈਰਾਮੀਟਰਸ ਹੈ ਕਿ ਵੀ ਜਿੱਦਾਂ ਇੰਨਾ ਯੂਜ਼ ਹੋਏਗਾ ਉਹਦਾ ਹੋਏਗਾ, ਕਿ ਫਲੈਟ ਹਰ ਇੱਕ ਦਾ 300 ਹਰ ਇੱਕ ਵਿਅਕਤੀ ਦਾ 300 ਯੂਨਿਟ ਜਿਹੜਾ ਹੈਗਾ ਹਰ ਇੱਕ ਦਾ? ਹਾਂ, ਹਰ ਇੱਕ ਦਾ 300 ਇਹਦੇ ਵਿੱਚ ਕੋਈ ਨਿੱਕਾ ਚੁੰਨੀ ਨਹੀਂ, ਸਭ ਦਾ ਹੋਊਗਾ, ਸਾਰੇ ਪੰਜਾਬ ਦਾ ਹੋਊਗਾ। ਔਰ ਉਹਦੇ ਲਈ ਅਸੀਂ ਪੈਸੇ ਦਾ, ਵਿੱਤੀ ਸਹਾਇਤਾ ਦਾ ਸਟੇਟ ਵੱਲੋਂ ਬਿਲਕੁਲ ਅਸੀਂ ਪ੍ਰਬੰਧ ਕਰ ਲਿਆ ਗਿਆ, ਔਰ 1 ਜੁਲਾਈ ਤੋਂ ਸਕੀਮ ਲਾਗੂ ਹੋ ਰਹੀ ਹੈ। ਅਸੀਂ, ਮੈਂ ਫਿਰ ਕਹਿ ਰਿਹਾ ਕਿ ਅਸੀਂ 5 ਗਰੰਟੀਆਂ ਵੱਡੀਆਂ ਦਿੱਤੀਆਂ ਸੀਗੀਆਂ, 4 ਤੇ ਅਸੀਂ ਕੰਮ ਸ਼ੁਰੂ ਕਰਤਾ, ਔਰ 2 ਸਾਡੀਆਂ ਕੰਪਲੀਟ ਹੋ ਗਈਆਂ। ਜਿਹੜੇ ਸਾਡੇ ਸਾਬਕਾ ਫੌਜੀ ਨੌਜਵਾਨ ਸਾਡੇ ਜਿਹੜੇ ਸ਼ਹੀਦ ਹੋ ਜਾਂਦੇ ਸੀਗੇ, ਉਹਨਾਂ ਨੂੰ 1 ਕਰੋੜ ਰੁਪਏ ਦਾ ਕੰਮ ਦੇਣ ਦਾ ਅਸੀਂ ਆਲਰੇਡੀ ਇੱਕ ਨੌਜਵਾਨ ਸਾਡਾ ਸ਼ਹੀਦ ਹੋਇਆ ਸੀ, ਦੇ ਚੁੱਕੇ ਹਾਂਗੇ। ਉਹ ਸਾਡੀ ਗਰੰਟੀ 100% ਪੂਰੀ ਹੈ। 300 ਯੂਨਿਟ ਦੇਣ ਦੀ ਜਿਹੜੀ ਦੂਜੀ ਸਾਡੀ ਸੀ ਫ੍ਰੀ ਆਫ ਕਾਸਟ, ਉਹ ਸਾਡੀ 100% ਪੂਰੀ ਹੈ। ਔਰ 2 ਗਰੰਟੀਆਂ ਐਜੂਕੇਸ਼ਨ ਤੇ ਹੈਲਥ ਤੇ ਕੰਮ ਸਟਾਰਟ ਹੋ ਚੁੱਕਿਆ ਹੈਗਾ। ਉਹਦੇ ਲਈ ਦੇਖੋ, ਜੇ ਆਪਾਂ ਕਹਦੇ ਕਿ ਚੁਟਕੀ ਨਾਲ ਪੂਰਾ ਨਹੀਂ ਹੋ ਸਕਦਾ, ਉਹਦੇ ਲਈ ਸਮਾਂ ਲੱਗੂਗਾ। ਬੀਬੀਆਂ ਨੂੰ ਵੀ ਕਰਦੇ ਆ ਖੁਸ਼, 1 ਮਿੰਟ ਵੇਟ ਕਰੋ, ਨਹੀਂ ਤੁਸੀਂ ਵੇਟ ਤਾਂ ਕਰ ਲਓ। ਤੁਸੀਂ ਨਹੀਂ, ਮੈਂ 4 ਹੋ ਗਈਆਂ, ਰਹਿ ਗਈ 1 ਬੀਬੀਆਂ ਲਈ, ਔਰ ਬੜੀ ਜਲਦੀ ਥੋੜਾ ਸਮਾਂ ਦੇ ਦਿਓ ਸਭ ਨੂੰ, ਉਹ ਵੀ ਪੂਰੀ ਕਰ ਦੇਣਗੇ। ਨਹੀਂ, ਮੈਂ ਸਿਰਫ ਇਹ ਪੁੱਛ ਰਹੀ ਹਾਂ, ਤੁਸੀਂ ਕਹਿੰਦੇ ਹੋ ਅਸੀਂ ਜੈਂਡਰ ਇਕੁਐਲਿਟੀ ਲਈ ਹੁਣ ਸਭ ਨੂੰ ਵਰਦੀਆਂ, ਮੁੰਡਿਆਂ ਨੂੰ ਵੀ ਦੇਵਾਂਗੇ, ਕੁੜੀਆਂ ਨੂੰ ਦੇਵਾਂਗੇ, ਪਰ ਬੀਬੀਆਂ ਨੂੰ ਸਫੇਰ ਅਖੀਰਲੇ ਨੰਬਰ ਤੇ ਪਾਤਾ ਹੈ। ਦੇਖੋ, ਇਸ ਵਾਰ ਤੁਸੀਂ ਇਸ ਬਜਟ ਦੀ ਜਿਹੜੀ ਆ ਖੂਬਸੂਰਤੀ ਦੇਖੋਗੇ ਕਿ ਜਿਹੜਾ ਬਜਟ ਦੀ ਵੰਡ ਆ, ਐਲੋਕੇਸ਼ਨ ਆ ਬਜਟ ਦੀ, ਉਹਦੇ ਚ ਕੋਈ ਵੀ ਲਿੰਗ ਅਨੁਪਾਤ ਦਾ ਭੇਦਭਾਵ ਨਹੀਂ ਹੋਊਗਾ, ਜੈਂਡਰ ਬਿਲਕੁਲ ਇਕੁਐਲਿਟੀ ਹੋਊਗੀ ਸਾਰੇ ਬਜਟ ਦੇ ਵਿੱਚ। ਹਾਂ ਠੀਕ ਹੈ, ਜਿਹੜੀ ਉਹ ਅਸੀਂ ਕਮਿਟਮੈਂਟ ਹਕੀਕਤ ਹੈ, ਜਿਹੜੀ ਕਮਿਟਮੈਂਟ ਕੀਤੀ ਆ, ਉਹਦੇ ਲਈ ਥੋੜਾ ਪੈਸੇ ਦੀ ਜ਼ਰੂਰਤ ਆ, ਅਸੀਂ ਬਿਲਕੁਲ ਕਰਾਂਗੇ, ਅਸੀਂ ਭੱਜਦੇ ਨਹੀਂ ਹੈਗੇ, ਕਰਾਂਗੇ। ਦੇਖੋ, ਜਿਹੜੇ ਤੁਸੀਂ ਮੈਨੂੰ ਸਵਾਲ ਅੱਜ ਕਰ ਰਹੇ ਹੋਗੇ ਨਾ, ਇਹ ਤੁਸੀਂ ਪੁਰਾਣੀਆਂ ਸਰਕਾਰਾਂ ਨਾਲ ਜਦੋਂ 3 ਮਹੀਨੇ 4 ਮਹੀਨੇ ਰਹਿੰਦੇ ਉਦੋਂ ਕਰਦੇ ਸੀਗੇ। ਅਸੀਂ ਤੁਹਾਨੂੰ 3 ਮਹੀਨਿਆਂ ਬਾਅਦ ਹੀ ਆਪਦਾ ਰੋਡ ਮੈਪ ਦਿਖਾਤਾ ਕਿ ਪੰਜਾਬ ਤਰੱਕੀ ਵੱਲ ਵਧ ਰਿਹਾ। ਸਬਰ ਘੱਟ ਹੈ, ਆਸ ਜ਼ਿਆਦਾ ਹੈ, ਮੈਂ ਮੰਨਦੀ ਹਾਂ, ਉਹਦਾ ਅਸੀਂ ਨਤੀਜਾ ਦੇਖ ਲਿਆ। ਤੁਸੀਂ ਹੁਣੇ ਕਿਹਾ ਕਿ ਅਸੀਂ ਜਿਵੇਂ ਵਿਦੇਸ਼ਾਂ ਵਿੱਚ ਦੇਖਦੇ ਹਾਂ ਕਿ ਬੱਚੇ ਸਰਕਾਰਾਂ ਦਿੰਦੀਆਂ ਸੋਸ਼ਲ ਵੈਲਫੇਅਰ, ਅਸੀਂ ਵਿਦੇਸ਼ਾਂ ਵਿੱਚ ਇੱਕ ਹੋਰ ਚੀਜ਼ ਦੇਖਦੇ ਹਾਂ, ਜਿਹੜੇ ਮੰਤਰੀ ਹੁੰਦੇ ਆ, ਜਿਹੜੇ ਸਿਆਸਤਦਾਨ ਹੁੰਦੇ, ਉਹ ਬੜੀ ਆਮ ਜ਼ਿੰਦਗੀ ਜੀਂਦੇ ਹੈਗੇ। ਮੈਂ ਪੁੱਛਣਾ ਚਾਹਾਂਗੀ ਕਿ ਜਿਹੜੀਆਂ ਤੁਸੀਂ ਸਿਹਤ ਸਹੂਲਤਾਂ ਲੈ ਕੇ ਆ ਰਹੇ ਹੋ, ਜਿਹੜੇ ਤੁਸੀਂ ਸਕੂਲ ਵਿੱਚ ਬਦਲਾਵ ਲੈ ਕੇ ਆ ਰਹੇ ਹੋ, ਕੀ ਵਿਧਾਇਕ, ਕੀ ਪੰਜਾਬ ਸਰਕਾਰ ਦੇ ਜੋ ਅਫਸਰਸ਼ਾਹੀ ਹੈ, ਜੋ ਉੱਥੇ ਕੰਮ ਕਰਦੇ ਨੇ, ਕਿ ਉਹਨਾਂ ਦੇ ਬੱਚੇ ਵੀ ਉੱਥੇ ਜਾ ਕੇ ਪੜ੍ਹਨਗੇ? ਕਿ ਜਿਹੜੀ ਵਿਧਾਇਕਾਂ ਵਾਸਤੇ ਇੰਸ਼ੋਰੈਂਸ ਪਾਲਿਸੀ ਹੁੰਦੀ ਹੈ, ਕੀ ਉਹ ਆਪਣਾ ਇਲਾਜ ਸਰਕਾਰੀ ਹਸਪਤਾਲ ਤੋਂ ਪੰਜਾਬ ਤੋਂ ਕਰਾਉਣਗੇ, ਕਿ ਉਹ ਨਿੱਜੀ ਹਸਪਤਾਲ ਜਾਣਗੇ ਤੇ ਆਮ ਇਨਸਾਨ ਪੰਜਾਬੀ ਸਰਕਾਰੀ ਡਿਸਪੈਂਸਰੀ ਜਾਵੇ? ਦੇਖੋ, ਬਿਲਕੁਲ ਬੜਾ ਅੱਛਾ ਸਵਾਲ ਹੈਗਾ। ਜਦੋਂ ਸਾਡਾ ਬੇਸਿਕ ਸਿਸਟਮ ਸੁਧਰ ਗਿਆ, ਜਦੋਂ ਇਸ ਸਿਸਟਮ ਦੇ ਵਿੱਚ ਵਿਸ਼ਵਾਸ ਪੈਦਾ ਹੋ ਗਿਆ ਸਰਕਾਰੀ ਤੰਤਰ ਦੇ ਵਿੱਚ, ਤਾਂ ਸਭ ਦੇ ਜਾਣਗੇ ਹੁਣ ਕੀ ਆ। ਹੁਣ ਤੱਕ ਕੀ ਸੀ, ਲੜਖੜਾ ਚੁੱਕਿਆ ਸੀਗਾ। ਦੇਖੋ, ਸਕੂਲਾਂ ਜਾਂਦੇ ਆ, ਬੱਚਿਆਂ ਦੇ ਬੈਠਣ ਲਈ ਕੋਈ ਟਾਟ ਦਾ ਪ੍ਰਬੰਧ ਨਹੀਂ, ਕਿਸੇ ਬੈਂਚ ਦਾ ਪ੍ਰਬੰਧ ਨਹੀਂ, ਛੱਤਾਂ ਚੋ ਰਹੀਆਂ ਨੇਗੀਆਂ, ਬਾਹਰ ਰੰਗ ਜ਼ਰੂਰ ਕਰਤਾ। ਕੈਪਟਨ ਸਾਹਿਬ ਨੇ ਕੀ ਕੀਤਾ ਨਾ, ਬਾਹਰ ਰੰਗ ਜ਼ਰੂਰ ਕਰਤਾ, ਔਰ ਨੰਬਰ 1 ਲਿਆਂਦਾ ਪਤਾ ਨਹੀਂ ਕਿੱਥੋਂ। ਕੀ ਤੁਸੀਂ ਇੱਦਾਂ ਕਰੋ, ਜਿਹੜਾ ਨੰਬਰ 1 ਦੀ ਗੱਲ ਕਰਦੇ ਸੀਗੇ, ਮੈਂ ਬਾਜਵਾ ਸਾਹਿਬ ਸੁਣ ਰਿਹਾ ਸੀ, ਉਹਨਾਂ ਨੂੰ ਗੱਲ ਕਹੋ ਕਿ ਤੁਸੀਂ ਕੋਈ ਵੀ ਸਕੂਲ ਚੁਣ ਲਓ, ਆਪਦੇ ਆਪ ਚੁਣ ਲਓ, ਤੁਸੀਂ ਜਾ ਕੇ ਇਮਤਿਹਾਨ ਲੈ ਲਿਓ ਬੱਚਿਆਂ ਦਾ। ਕੁਆਲਿਟੀ ਦੀ ਐਜੂਕੇਸ਼ਨ ਮਿਸਿੰਗ ਆ ਪੰਜਾਬ ਵਿੱਚ, ਕੁਆਲਿਟੀ ਦੀ ਗੁਣਾਤਮਕ ਸਿੱਖਿਆ ਪੰਜਾਬ ਵਿੱਚ
ਬਹੁਤ ਦੂਰ ਚਲੀ ਗਈ, ਕਿਉਂਕਿ ਸਾਡੇ ਜਿਹੜੇ ਟੀਚਰ ਨੇਗੇ, ਅਧਿਆਪਕ ਨੇ, ਉਹਨਾਂ ਨੂੰ ਤਾਂ ਹਜ਼ਾਰਾਂ ਹੀ ਕੰਮ ਦੇਤੇ ਕਿ ਤੁਸੀਂ ਆਹ ਵੀ ਕਰ ਲਓ, ਉਹ ਵੀ ਕਰ ਲਓ। ਇਹਨੂੰ ਕਹਿੰਦੇ ਹੋ ਕਿ ਕਹਿ ਰਹੇ ਹਾਂਗੇ ਇਹਨੂੰ ਨਕਲੀ ਕਹਿੰਦੇ ਹੋ ਤੁਸੀਂ, ਜਿਹੜੀ ਅਸੀਂ ਨਾ ਕੀ ਕਰ ਰਹੇ ਪਰ ਕੇਂਦਰ ਸਰਕਾਰ ਕਿਉਂ ਵਾਰ-ਵਾਰ ਪੰਜਾਬ ਦੀ ਸੈਕੰਡਰੀ ਐਜੂਕੇਸ਼ਨ ਨੂੰ ਅੱਗੇ ਲੈ ਕੇ ਆ ਰਹੀ ਹੈ, ਦਿੱਲੀ ਤੋਂ ਵੀ ਅੱਗੇ ਲੈ ਕੇ ਆ ਰਹੀ ਹੈ? ਦੇਖੋ, ਅਸੀਂ ਜਿਹੜਾ ਪ੍ਰਬੰਧ ਕਰ ਰਹੇ ਹਾਂ, ਜਦੋਂ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਇੱਕ ਇਸ ਤਰ੍ਹਾਂ ਦੇ ਸਟੇਟ ਅਫਸਰ ਨਿਯੁਕਤ ਕਰ ਰਹੇ ਹਾਂਗੇ ਕਿ ਕਾਹਦੇ ਲਈ ਨੇ ਕਿ ਪ੍ਰਿੰਸੀਪਲ ਆਪਣਾ ਅਧਿਆਪਨ ਦਾ ਕੰਮ ਕਰਨਾ, ਅਧਿਆਪਕ ਆਪਦਾ ਅਧਿਆਪਨ ਦਾ ਕੰਮ ਕਰਨਾ। ਸਰ ਮਾਈਂਡ ਨਾ ਕਰਨਾ, ਤੁਸੀਂ ਨਾ ਰਿਵਾਇਤੀ ਸਿਆਸਤ ਦਾ ਨਾ ਮੇਰੇ ਸਵਾਲਾਂ ਨੂੰ ਇਗਨੋਰ ਕਰਨ ਦੀ ਆਦਤ ਪਹਿਲੇ 3 ਮਹੀਨਿਆਂ ਵਿੱਚ ਸਿੱਖ ਲਈ ਹੈਗੀ। ਤੁਸੀਂ ਮੈਨੂੰ ਅਸੀਂ 3 ਮਹੀਨੇ ਦੇਖੋ, ਸਾਡੇ ਕੋਲ ਦੇਖੋ, ਮੇਰੀ ਗੱਲ ਸੁਣੋ, ਸਾਡੇ ਕੋਲ 3 ਮਹੀਨੇ ਨੇਗੇ। ਇਹ 3 ਮਹੀਨੇ ਜੋ ਕੁਝ ਕੀਤਾ ਅਸੀਂ ਉਹੀ ਰੱਖ ਸਕਦੇ ਹਾਂ। ਜਦੋਂ 5 ਸਾਲਾਂ ਬਾਅਦ ਗੱਲ ਕਰਾਂਗੇ ਤਾਂ ਤੁਸੀਂ ਦੇਖੋਗੇ ਪੰਜਾਬ ਇੱਕ ਵੱਖਰਾ, ਮੈਂ ਉਦੋਂ ਮੰਨਾਂਗੀ ਕਿ ਜਦ ਜਦ ਸਿੱਖਿਆ ਮੰਤਰੀ ਕਹੇਗਾ ਕਿ ਹਾਂ ਮੇਰੇ ਬੱਚੇ ਵੀ ਪੰਜਾਬ ਸਰਕਾਰ ਬੋਰਡ ਜਾਂਦੇ ਔਰ ਮੈਂ ਸਾਰੇ ਵਿਧਾਇਕ ਪੰਜਾਬ ਦੇ ਹਸਪਤਾਲਾਂ ਤੋਂ ਇਲਾਜ ਲੈਂਦੇ ਨੇ। ਬਿਲਕੁਲ, ਸਾਡੇ ਹਜੇ ਸਿੱਖਿਆ ਮੰਤਰੀ ਸਾਹਿਬ ਨੇ ਤਾਂ ਮੈਰਿਜ ਨਹੀਂ ਕਰਵਾਈ, ਜਦੋਂ ਮੈਰਿਜ ਕਰਵਾਊਗਾ ਬਿਲਕੁਲ ਉਹਦੇ ਵੀ ਲੱਗਣਗੇ। ਔਰ ਸਾਰਿਆਂ ਦੇ ਜਿਹੜੇ ਵੀ ਜਦੋਂ ਸਕੂਲ ਅੱਛੇ ਹੋ ਗਏ, ਜਿੱਥੇ ਇੱਥੇ ਜਿਹੜੀ ਹੈਗੀ ਆ ਉਹ ਸਾਰੇ ਲੱਗਣਗੇ। ਔਰ ਮੈਂ ਤਾਂ ਸਭ ਨੂੰ ਕਹੂੰਗਾ ਕਿ ਜਿਉਂ ਸਕੂਲ ਠੀਕ ਹੁੰਦੇ ਜਾ ਰਹੇ ਨੇਗੇ, ਮਾਹੌਲ ਅੱਛਾ ਬਣਦਾ ਜਾਂਦਾ ਔਰ ਸਾਰੇ ਪੜ੍ਹਨ ਲਾਉਣਗੇ ਜੀ। ਸਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇਮਾਨਦਾਰੀ ਨਾਲ ਆਪਣਾ ਟੈਕਸ ਭਰੇ, ਲੋਕਾਂ ਤੋਂ ਵੀ ਕੁਝ ਕੰਮ, ਇੱਕ ਰਿਸਪੌਂਸਿਬਿਲਟੀ ਹੈ। ਬਟ ਕੀ ਸਰਕਾਰ ਆਪਣੀ ਕਮਰ ਕੱਸ ਰਹੀ ਹੈ? ਕੁਝ ਇਹੋ ਜਿਹੇ ਚੀਜ਼ਾਂ ਕਰ ਰਹੀ, ਤੁਸੀਂ ਵਿਰੋਧੀਆਂ ਦੀ ਤੇ ਪੈਨਸ਼ਨ ਹਟਵਾਤੀ, ਪੈਸੇ ਬਚਾ ਲਏ, ਠੀਕ ਹੈ। ਹੁਣ ਸਰਕਾਰ ਦੇ ਵਿਧਾਇਕ ਹੀ ਇਹੋ ਜਿਹੇ ਕੰਮ ਕਰ ਰਹੇ ਨੇ ਜਿਹਦੇ ਨਾਲ ਜਿਹੜਾ ਖਰਚਾ ਇੱਕ ਆਮ ਵਿਧਾਇਕ ਦਾ ਪੈਂਦਾ ਸੀਗਾ, ਸਿਕਿਉਰਿਟੀ ਹੋ ਜਾਏ, ਕਿੰਨੀ ਚੀਜ਼ਾਂ ਦਾ ਖਰਚਾ ਪੈਂਦਾ, ਉੱਥੇ ਤੁਸੀਂ ਕੁਝ ਕਟੌਤੀ ਕੀਤੀ ਹੈ? ਬਿਲਕੁਲ, ਬਹੁਤ ਸਾਰੇ ਖਰਚਿਆਂ ਦੇ ਵਿੱਚ, ਹਰ ਰੋਜ਼ ਦੇ ਜਿਹੜੇ ਖਰਚੇ ਨੇ ਸਾਡੇ, ਅਸੀਂ ਕਟੌਤੀ ਕਰਨ ਲੱਗੇ ਹੋਏ ਹਾਂਗੇ। ਔਰ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਪਾਈਪਲਾਈਨ ਦੇ ਵਿੱਚ ਨੇ, ਬਣ ਰਹੀਆਂ ਨੇਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਵਰਨੈਂਸ ਸਰਕਾਰ ਚਲਾਉਣ ਦੇ ਉੱਤੇ ਖਰਚਾ ਬਹੁਤ ਘਟ ਜਾਊਗਾ। ਨਹੀਂ, ਪਿਛਲੇ ਵਿੱਤ ਮੰਤਰੀ ਰਹਿੰਦੇ ਹੁੰਦੇ ਸੀ ਕਿ ਇੱਕ ਚੇਅਰਮੈਨ ਸਰਕਾਰ ਨੂੰ ਹਰ ਮਹੀਨੇ ਮਤਲਬ 100 ਚੇਅਰਮੈਨ ਲਾਉਂਦੇ 100 ਕਰੋੜ ਦਾ ਖਰਚਾ ਪੈਂਦਾ ਹੈਗਾ। ਉਹ ਤੁਸੀਂ ਦੇਖਿਆ ਨਹੀਂ, 4 ਦਿਨ ਪਹਿਲਾਂ ਫੈਸਲਾ ਹੋਇਆ ਸੀ ਜਦੋਂ ਕੈਬਨਿਟ ਮੀਟਿੰਗ ਹੋਈ ਆ, ਅਸੀਂ ਕਿੰਨੇ ਜਿਹੜੇ ਬੇਫਾਲਤੂ ਦੇ ਚੇਅਰਮੈਨ, ਪਤਾ ਨਹੀਂ ਕੀ ਨਾਂ ਦੇ, ਕਿਉਂਕਿ ਜਿੱਥੇ ਵੀ ਬਾਦਲ ਸਾਹਿਬ ਜਾਂਦੇ ਸੀਗੇ ਉਹ ਕਹਿੰਦੇ ਫਰਨੀਚਰ ਚੇਅਰਮੈਨ, ਜੋ ਕੁਛ ਮਰਜ਼ੀ ਬੋਲ ਦਿੰਦੇ ਸੀਗੇ। ਉਹੀ ਕੈਪਟਨ ਸਾਹਿਬ ਦੀ ਰੱਟ ਸੀਗੀ, ਚੇਅਰਮੈਨ ਦਰ ਚੇਅਰਮੈਨ ਲਾਏ ਹੋਏ ਤੇ ਸਾਰਿਆਂ ਦਾ ਸਫਾਇਆ ਕਰਤਾ। ਤੁਸੀਂ ਜੇ ਮੇਰੇ ਕੋਲ ਹੁਣ ਕੈਲਕੂਲੇਸ਼ਨ ਹੈ ਨਹੀਂ, ਮੈਂ ਤੁਹਾਨੂੰ ਦਿਖਾਉਣ ਦਾ, ਤੇ ਕਿੰਨੇ ਹੀ ਪੈਸੇ ਜਿਹੜੇ ਨੇ ਬਚ ਰਹੇ ਨੇਗੇ, ਜਿਹੜੀਆਂ ਕਿਸੇ ਨੂੰ 50,000 ਦੇ ਰੱਖਿਆ, ਕਿਸੇ ਨੂੰ 2 ਲੱਖ ਦੇ ਰੱਖਿਆ, ਕਿਸੇ ਨੂੰ ਕੋਈ ਰੈਂਕ। ਤੁਸੀਂ ਦੇਖੋ ਸਾਡੇ ਮਾਨਯੋਗ CM ਸਾਹਿਬ ਕੋਲੇ ਸਿਰਫ 2 ਉਹਨਾਂ ਦੇ OSD ਨੇ, ਸਿਰਫ 2 ਨੇ। ਕੈਪਟਨ ਸਾਹਿਬ ਕੋਲੇ, ਚੰਨੀ ਸਾਹਿਬ ਕੋਲੇ ਕਿੰਨੇ ਤੇ 14 18 ਉਹਨਾਂ ਨੂੰ ਕੈਬਨਿਟ ਸਟੇਟਸ, ਕਾਰਾਂ, ਗਨਮੈਨ, ਕੋਠੀਆਂ, ਪਤਾ ਨਹੀਂ ਕੀ ਕੁਝ ਦਿੱਤਾ ਹੋਇਆ ਸੀਗਾ। ਸੋ ਇਹ ਖਰਚੇ ਘਟਾ ਹੀ ਰਹਾਂਗੇ ਇਸ ਤਾਂ। ਮਾਨ ਸਾਹਿਬ ਤਾਂ ਖੁਦ ਲੱਗੇ ਰਹਿੰਦੇ ਨੇ ਕੰਮ ਕਰਨ। ਉਹ ਜਦੋਂ ਮੈਂ ਦੇਖਦਾ ਹੁੰਦਾ ਉਹ ਆਪ ਹੀ ਪੜ੍ਹ ਰਹੇ ਹੁੰਦੇ ਨੇ, ਫਾਈਲਾਂ ਬਰੀਫ ਵੀ ਆਪ ਹੀ ਕਰ ਰਹੇ ਹੁੰਦੇ ਨੇ। ਸੋ ਬਿਲਕੁਲ ਇਮਾਨਦਾਰੀ ਦਾ ਕੰਮ ਹੋ ਰਿਹਾ। ਤਾਂ ਜਿਹੜਾ ਤੁਸੀਂ ਵੱਡਾ ਮੁੱਦਾ ਚੁੱਕਿਆ ਕਿ ਹੁਣ ਕੇਂਦਰ ਤੋਂ GST ਦਾ ਹਿੱਸਾ ਨਹੀਂ ਆਉਣਾ, ਇੱਦਾਂ ਕੋਈ 14 ਤੋਂ 15,000 ਕਰੋੜ ਦਾ ਨੁਕਸਾਨ ਹੋਣ ਵਾਲਾ ਪੰਜਾਬ ਨੂੰ, ਪਿੱਛੇ ਦੇ ਸਮੇਂ ਤੋਂ ਕੋਈ ਖਾਸ ਤਿਆਰੀ ਨਹੀਂ ਕੀਤੀ ਗਈ। ਤੁਸੀਂ ਇਮਾਨਦਾਰੀ ਦੀ ਗੱਲ ਕਰ ਰਹੇ ਹੋ, ਤੁਸੀਂ ਉਹਦੇ ਨਾਲ ਇੱਕ ਵਾਧਾ ਆਏਗਾ, ਬਟ ਇੱਕ ਤਾਂ ਇਸ ਸਾਲ ਦਾ ਬਜਟ ਹੁੰਦਾ ਹੈ, ਇੱਕ ਲੰਬੀ ਸੋਚ ਹੁੰਦੀ ਹੈ ਕਿ ਵੀ ਹਾਂ ਮੈਂ ਅੱਜ ਇਹ ਸ਼ੁਰੂ ਕਰ ਰਿਹਾ ਤਾਂ ਮੈਨੂੰ ਇਹਦਾ ਆਉਣ ਵਾਲੇ ਸਾਲਾਂ ਵਿੱਚ ਫਾਇਦਾ ਹੋਏਗਾ। ਇਹੋ ਜਿਹੇ ਕੋਈ ਕਦਮ ਸਾਂਝੇ ਕਰ ਸਕਦੇ ਹੋ ਜਿਹਦੇ ਨਾਲ ਇਹ ਦੂਰਅੰਦੇਸ਼ੀ ਸੋਚ ਨਜ਼ਰ ਆਏਗੀ ਕਿ ਕੱਲ੍ਹ ਨੂੰ ਪੰਜਾਬ ਨੂੰ, ਤੁਸੀਂ ਵੀ ਪਿਛਲੇ 3 ਮਹੀਨਿਆਂ ਵਿੱਚ 8,000 ਦਾ ਕਰਜ਼ਾ ਲਿਆ ਹੈ, ਅੱਗੇ ਕੋਈ ਇਹ ਸਮਾਂ ਵੀ ਆਏਗਾ ਕਿ ਸਾਨੂੰ ਕਰਜ਼ਾ ਨਾ ਲੈਣਾ ਪਏ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ, ਇਸ ਸਮੇਂ ਕਰਜ਼ਾ ਜਿਹੜਾ ਹੈਗਾ ਨਾ, ਪੂਰੇ ਹਿੰਦੁਸਤਾਨ ਦੇ ਸਾਰੇ ਰਾਜ ਕਰਜ਼ਾ ਲੈ ਰਹੇ ਨੇ। ਬਹੁਤ ਥੋੜੇ ਰਾਜ ਨੇ ਜਿਹੜੇ ਕਰਜ਼ੇ ਤੋਂ ਫਰੀ ਨੇਗੇ, ਜਿਨ੍ਹਾਂ ਕੋਲੇ ਆਪਣੇ ਸਾਧਨ ਨੇਗੇ, ਉਹ ਬਹੁਤ ਥੋੜੇ ਰਾਜ ਨੇਗੇ, ਪਰ ਜ਼ਿਆਦਾਤਰ ਸਟੇਟ ਜਿਹੜੇ ਕਰਜ਼ਾ ਲੈ ਰਹੇ ਨੇ। ਪਰ ਲੇਕਿਨ ਉਸ ਕਰਜ਼ੇ ਨੂੰ ਘਟਾਉਣਾ ਕਿਵੇਂ ਆ? ਕਰਜ਼ਾ ਲੈਣ ਦੀ ਜਿਹੜੀ ਦਰ ਜਿਸ ਤੇ ਜਿਹਨਾਂ ਪਿੱਛੇ ਸਟੇਟ ਵਧਿਆ, ਉਹ 'ਤੇ ਸਟਾਪ ਕਿਵੇਂ ਲਾਉਣਾਗਾ? ਦੇਖੋ, ਸਟਾਪ ਤਾਂ ਲੱਗੂਗਾ ਜੇਕਰ ਤੁਸੀਂ ਆਪਣੇ ਘਰ ਦੇ ਖਰਚੇ ਘਟਾਓਗੇ ਔਰ ਪੈਸਿਆਂ ਦਾ ਜਿਹੜਾ ਇਨਕਮ ਆ, ਜਿਹੜੀ ਆ ਰਸੀਟਸ ਜਿਹੜੀਆਂ ਆ ਰਹੀਆਂ ਨੇ, ਉਹਨੂੰ ਵਧਾਓਗੇ। ਉਹਦੇ ਲਈ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰਤਾ। ਅਸੀਂ ਦੇਖੋ, ਅਸੀਂ ਜੇ ਆਪਾਂ ਛੋਟੀਆਂ ਐਗਜ਼ਾਮਪਲ, ਮੈਂ ਫਿਰ ਦੁਬਾਰੇ ਕਹਿ ਰਿਹਾ ਕਿ ਪੇਪਰਲੈਸ ਬਜਟ ਪੇਸ਼ ਕੀਤਾ, 21 ਲੱਖ ਬਚਾ ਲਿਆ, 21 ਲੱਖ ਰੁਪਏ ਬਚਾ ਲਿਆ, ਵਾਤਾਵਰਨ ਨੂੰ ਬਚਾ ਲਿਆ। ਇਹ ਵੀ ਇਨਕਮ ਆ ਨਾ। ਇਸੇ ਤਰੀਕੇ ਅਸੀਂ ਸ਼ਰਾਬ ਦੀ ਨਵੀਂ ਪਾਲਿਸੀ ਲਿਆਂਦੀ ਔਰ ਲਗਭਗ ਸਾਨੂੰ ਤੇ ਦੁੱਗਣਾ ਨਹੀਂ ਤਾਂ ਦੁੱਗਣੇ ਥੋੜ੍ਹਾ ਜਿਹਾ ਸਲਾਈਟਲੀ ਘੱਟ ਸਾਨੂੰ ਮਿਲੂਗਾ। GST ਦੀ ਅਸੀਂ ਰੋਕਥਾਮ, ਟੈਕਸ ਦੀ ਚੋਰੀ ਹੋ ਰਹੀ ਆ, ਉਹਦੀ ਰੋਕਥਾਮ ਕਰ ਰਹੇ ਹਾਂ। ਜਦੋਂ ਰੋਕਥਾਮ ਹੋਊਗੀ ਉਹ 'ਚ ਸਾਨੂੰ ਚੌਖਾ ਵਾਧਾ ਹੋ ਜਾਊਗਾ। ਸੋ ਅਸੀਂ ਕੰਮ ਤਾਂ ਕਰਨਾ ਸ਼ੁਰੂ ਕੀਤਾ ਨਾ। ਉਹ ਤਾਂ ਕੰਮ ਹੀ ਨਹੀਂ ਕਰਦੇ ਸੀ, ਉਹ ਤਾਂ ਕਹਿੰਦੇ ਖਜ਼ਾਨਾ ਖਾਲੀ ਆ ਜੀ, ਹੈ ਨਹੀਂ, ਜਾਓ ਭਾਜੋ ਘਰ ਨੂੰ। ਤੇ ਅਸੀਂ ਤਾਂ ਕਹਿੰਦੇ ਭਾਈ ਭਰਾਂਗੇ ਤੇ ਕੰਮ ਕਰਾਂਗੇ। 5 ਸਾਲ ਤੁਸੀਂ ਉਹ ਪਿਛਲੀ ਗੱਲ ਛੱਡੋ ਸਰ, ਤੁਸੀਂ ਜਿਹੜੀ ਐਕਸਾਈਜ਼ ਪਾਲਿਸੀ ਕਹਿ ਰਹੇ ਹੈਗੇ ਹੋ, ਤੁਸੀਂ ਤੁਹਾਡੀ ਵਾਈਟ ਪੇਪਰ ਵਿੱਚ ਇੱਕ ਤੁਸੀਂ ਪੁਆਇੰਟ ਲਿਖਿਆ ਕਿ ਜਿਹੜੀ ਪਰ ਕੈਪੀਟਾ ਇਨਕਮ ਹੈ, ਜਿਹੜੀ ਹਰ ਆਮ ਇਨਸਾਨ ਦੀ ਆਮਦਨ ਹੈ, ਉਹ ਘਟ ਗਈ ਹੈ, ਸਾਡੀ ਹਿਮਾਚਲ ਤੋਂ ਵੀ ਘੱਟ ਹੈਗੀ ਹੈ, ਠੀਕ ਹੈ।
ਹੁਣ ਇਹ ਤਾਂ ਪੂਰੇ ਦੇਸ਼ ਵਿੱਚ ਹੋ ਰਿਹਾ ਹੈ। ਅੱਜ ਸਾਡੇ ਕੋਲ ਅੰਬਾਨੀ ਅਡਾਨੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਵਿੱਚ ਹੈਗੇ ਹੈ, ਬਟ ਸਭ ਤੋਂ ਵੱਧ ਗਰੀਬ ਭਾਰਤ ਵਿੱਚ ਹੈਗੇ ਨੇ। ਪਰ ਜਿਹੜੀ ਤੁਹਾਡੀ ਐਕਸਾਈਜ਼ ਪਾਲਿਸੀ ਹੈ ਉਹ ਵੱਡੇ ਕਾਰਪੋਰੇਸ਼ਨ ਨੂੰ ਕਰਦੀ ਹੈ। ਕੁਝ ਜਿਹੜੇ ਟੈਂਡਰ ਭਰਨਗੇ ਉਹ ਜਿਹਨਾਂ ਕੋਲ ਵੱਡੀ ਅਸਾਮੀ ਹੈ। ਇਸ ਤਰ੍ਹਾਂ ਇਹ ਤੇ ਨਹੀਂ ਹੋਏਗਾ ਤੁਸੀਂ ਵੀ ਇੱਕ ਫੀਸਦੀ ਅਮੀਰ ਪੰਜਾਬ ਬਣਾ ਲਓਗੇ, ਕਿਉਂਕਿ ਆਮ ਨੌਜਵਾਨ ਜਦ ਤੱਕ ਨੌਕਰੀ ਜਾਂ ਉਹਨੂੰ ਇਹੋ ਜਿਹੇ ਕੋਈ ਆਪਣਾ ਸੈਲਫ ਸਫੀਸ਼ੀਐਂਟ ਨਹੀਂ ਬਣ ਪਾਏਗਾ। ਦੇਖੋ ਪੰਜਾਬ ਕਿਸੇ ਸਮੇਂ ਦੇਸ਼ ਦਾ ਨੰਬਰ 1 ਸੂਬਾ ਸੀ। ਅੱਜ ਪੰਜਾਬ ਦੀ ਪੋਜੀਸ਼ਨ 11ਵੇਂ ਸਥਾਨ ਤੇ ਆ। ਪੰਜਾਬ ਤੋਂ ਅੱਗੇ ਕਰਨਾਟਕਾ, ਹਰਿਆਣਾ, ਹਿਮਾਚਲ ਪ੍ਰਦੇਸ਼, ਸਾਡੇ ਗੁਆਂਢੀ ਸੂਬੇ ਹਰਿਆਣਾ ਸਾਰੇ ਪੰਜਾਬ ਤੋਂ ਅੱਗੇ ਲੰਘ ਗਏ। ਪਰ ਕੈਪੀਟਾ ਇਨਕਮ ਜਿਹੜੀ ਆ ਇਹਨਾਂ ਦੀ ਵੱਧ ਗਈ। ਬਿਲਕੁਲ ਤੁਸੀਂ ਕਿਹਾਗਾ ਕਿ ਸ਼ਰਾਬ ਦੀ ਪਾਲਿਸੀ ਦੇ ਨਾਲ ਵੱਡੇ ਵੱਡੇ ਲੋਕ ਆ ਜਾਣਗੇ। ਹਾਲੇ ਤੱਕ ਤਾਂ ਕਿਉਂਕਿ ਮੈਂ ਮਹਿਕਮੇ ਦਾ ਇੰਚਾਰਜ ਆ, 30 ਤਰੀਕ ਨੂੰ ਪਾਲਿਸੀ ਦੀ ਜਿਹੜੀ ਬਿਡਿੰਗ ਆ ਉਹ ਜਿਹੜੀ ਉਹ ਰੁਕ ਜਾਣੀ ਆ, ਪ੍ਰਕਿਰਿਆ ਰੁਕ ਜਾਣੀ ਆ। ਹਾਲੇ ਤੱਕ ਤਾਂ ਮੈਨੂੰ ਇੱਕ ਵੀ ਵੱਡਾ ਜਿਹੜਾ ਉਹ ਦਿਖਾਈ ਨਹੀਂ ਦਿੱਤਾ ਜਿਹੜਾ ਉਹਨੇ ਆ ਕੇ ਬਿਡ ਕੀਤੀ ਹੋਵੇ। ਇਹ ਸਿਰਫ ਨਾ ਇਹ ਸਾਡੇ ਵਿਰੋਧੀਆਂ ਦਾ ਜਿਹੜਾ ਹੈਗਾ ਸੀ ਪਾਇਆ ਹੋਇਆ ਰੌਲਾ ਗੋਲਾ ਸੀਗਾ, ਔਰ ਵਿਰੋਧੀਆਂ ਦਾ ਜਿਹੜਾ ਹਿੱਸਾ ਪਾਣੀ ਸੀ ਉਹ ਰੁਕ ਰਿਹਾ ਸੀਗਾ। ਤੁਹਾਨੂੰ ਪਤਾ ਸਰਕਾਰਾਂ ਉਹਨਾਂ ਨੇ ਚਲਾਈਆਂ ਨੇਗੀਆਂ, ਉਹ ਕਿਸੇ ਨੂੰ ਕਿੰਨੇ ਹਿੱਸੇ ਹਰ ਸਵਾਲ ਸੇ ਵਿਰੋਧੀਆਂ ਤੇ ਆ ਜਾਂਦਾ ਹੈ, ਉਹ ਸਾਰਾ ਰੁਕ ਗਿਆ। ਤੇ ਇਸੇ ਕਰਕੇ ਤਰਫ ਰਹੇ ਨੇਗੇ। ਸਾਡੀ ਪਾਲਿਸੀ ਬੜੀ ਸਕਸੈਸਫੁਲ ਆ ਔਰ ਪੰਜਾਬ ਦੇ ਲੋਕ ਹੀ ਲੈ ਰਹੇ ਨੇਗੇ। ਸਰ ਹੁਣ ਥੋੜੀ ਜਿਹੀਆਂ ਬਰੀਕੀਆਂ ਤੇ ਆਉਂਦੇ ਆ। ਮੈਂ ਬੜੀ ਕੱਲ੍ਹ ਹੀ ਪੜ੍ਹਿਆ ਬਜਟ, ਤੁਸੀਂ ਪੰਜਾਬੀ ਯੂਨੀਵਰਸਿਟੀ ਵਾਸਤੇ ਇੱਕ ਵੱਡੀ ਰਕਮ ਰੱਖੀ ਹੈਗੀ ਹੈ, ਪੰਜਾਬ ਯੂਨੀਵਰਸਿਟੀ ਵਾਸਤੇ ਨਹੀਂ ਹੈਗੀ ਹੈ? ਦੇਖੋ ਬਹੁਤ ਸਾਰੀਆਂ ਸੰਵਿਧਾਵਾਂ ਅਸੀਂ ਜਿਹੜੀਆਂ ਬਜਟ ਬੋਲੀਆਂ ਨੇਗੀਆਂ ਬਹੁਤ ਸਾਰੀਆਂ ਰੱਖੀਆਂ ਹੋਈਆਂ ਨੇਗੀਆਂ। ਜਿੰਨਾ ਬਜਟ ਜਿਹੜੀਆਂ ਯੂਨੀਵਰਸਿਟੀ ਨੂੰ ਜਾ ਰਿਹਾ ਸੀਗਾ ਉਹ ਜਾਂਦਾ ਰਹੂਗਾ। ਪੰਜਾਬ ਯੂਨੀਵਰਸਿਟੀ ਨੂੰ ਲੋੜ ਹੈ, ਬਿਕੋਜ਼ ਅਸੀਂ ਜੇ ਪੰਜਾਬ ਯੂਨੀਵਰਸਿਟੀ ਗਵਾ ਦਿੱਤੀ ਬਹੁਤ ਵੱਡਾ ਨੁਕਸਾਨ। ਨਹੀਂ ਜਾਂਦੀ। ਪੰਜਾਬ ਦੀ ਯੂਨੀਵਰਸਿਟੀ ਪੰਜਾਬ ਕੋਲੇ ਰਹੂਗੀ। ਜੋ ਵੀ ਲੜਾਈ ਲੜਨੀ ਪਈ ਡਟ ਕੇ ਲੜਾਂਗੇ। ਜਿੰਨੇ ਮਰਜ਼ੀ ਫੰਡ ਦੇਣ ਦੀ ਹੋਈ ਫੰਡ ਵੀ ਦੇਵਾਂਗੇ, ਪੈਸੇ ਵੀ ਦੇਵਾਂਗੇ, ਲੜਾਈ ਲੜਾਂਗੇ। ਪੰਜਾਬ ਯੂਨੀਵਰਸਿਟੀ ਪੰਜਾਬ ਕੋਲੇ ਰਹੂਗੀ। ਰਹੀ ਗੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, ਪਿਛਲੇ ਵਾਰ 114 ਕਰੋੜ ਦੀ ਗ੍ਰਾਂਟ ਸੀਗੀ ਔਰ ਇਸ ਵਾਰ ਅਸੀਂ ਜਿਹੜੀ ਆ ਵਧਾ ਕੇ 200 ਕਰੋੜ ਰੁਪਏ ਦੀ ਗ੍ਰਾਂਟ ਕਰਤੀ। ਔਰ ਉਸ ਦੇ ਨਾਲ ਕੀ ਹੋਊਗਾ ਦੇਖੋ, ਜਿਹੜੇ ਉਹਨਾਂ ਦੇ ਖਰਚੇ ਨੇਗੇ ਉਹ ਕੰਟਰੋਲ 'ਚ ਹੋ ਜਾਣਗੇ, ਉਹ ਚੱਲ ਜਾਣਗੇ ਔਰ ਹੌਲੀ ਹੌਲੀ ਉਹਦਾ ਡੈਟ ਵੀ ਲਾ ਦਿਆਂਗੇ ਔਰ ਕਰਜ਼ਾ ਵੀ ਉਤਰ ਜਾਊਗਾ। ਜਦੋਂ ਕਰਜ਼ਾ ਉਤਰ ਗਿਆ ਤਾਂ ਯੂਨੀਵਰਸਿਟੀ ਫਿਰ ਦੁਬਾਰਾ ਇੱਕ ਪੰਜਾਬ ਦੀ ਸਰਬੋਤ ਯੂਨੀਵਰਸਿਟੀ ਬਣ ਜੂ। ਬਹੁਤ ਵਧੀਆ ਕਦਮ ਹੈ। ਮੈਨੂੰ ਪੰਜਾਬ ਯੂਨੀਵਰਸਿਟੀ ਦੀ ਚਿੰਤਾ ਹੈ ਕਿਉਂਕਿ ਉੱਥੇ ਦੀਆਂ ਟੀਚਰਾਂ ਵੀ ਕੇਂਦਰ ਦੀ ਕਮਿਸ਼ਨ ਮੰਗਦੀਆਂ। ਪੇ ਦਾ ਇੱਕ ਰੌਲਾ ਹੈ, ਗੱਲ ਪੈਸੇ ਤੇ ਆ ਜਾਂਦੀ ਹੈ, ਬਟ ਪੰਜਾਬ ਵਾਸਤੇ ਇੱਕ ਵੱਡਾ ਮੁੱਦਾ ਹੈ। ਸੋ ਜ਼ਰੂਰ ਉਮੀਦ ਕਰਦੇ ਤੁਸੀਂ ਇਹਨੂੰ ਧਿਆਨ ਰੱਖੋਗੇ। ਸੋ ਤੁਸੀਂ ਨਵੇਂ ਸਕੂਲ ਬਣਾ ਰਹੇ ਹੋ, ਐਕਸਲੈਂਸ ਦੇ ਸਕੂਲ, ਤੇ ਪਹਿਲੇ ਮੈਰੀਟੋਰੀਅਸ ਸਕੂਲ ਬਣੇ ਸੀਗੇ, ਬਿਲਡਿੰਗਾਂ ਵੀ ਨਵੀਆਂ ਬਣਨੀਆਂ ਕਿ ਉਹ ਪੁਰਾਣੇ ਢਾਂਚੇ ਯੂਜ਼ ਇਸਤੇਮਾਲ ਹੋਣਗੇ? ਦੇਖੋ ਜੇ ਤੁਸੀਂ ਮੇਰੇ ਨਾਲ ਚੱਲੋ ਨਾ, ਤੁਹਾਨੂੰ ਅਸੀਂ ਮਾਲਵੇ ਦੀ ਤਸਵੀਰ, ਦੁਆਬੇ ਦੀ, ਮਾਝੀ ਤਸਵੀਰ ਦਿਖਾਈਏ ਕਿਵੇਂ ਬਿਲਡਿੰਗਾਂ ਡਿੱਗ ਰਹੀਆਂ ਨੇਗੀਆਂ। ਬਾਹਰ ਜ਼ਰੂਰ ਗੇਟ ਤੇ ਬਹੁਤ ਸੋਹਣਾ ਲਿਖਿਆ ਸਮਾਰਟ ਸਕੂਲ, ਬਹੁਤ ਸੋਹਣਾ ਰੰਗ ਕੀਤਾ ਗਾ, ਪਰ ਅੰਦਰੋਂ ਬਿਲਡਿੰਗਾਂ ਖਾਲੀ ਹੋਵੇ। ਜਿੱਥੇ ਸਕੂਲ ਖਰਾਬ ਨੇ, ਟੁੱਟੇ ਹੋਏ ਨੇਗੇ, ਉਹਨਾਂ ਸਭ ਨੂੰ ਸਾਰਿਆਂ ਨੂੰ ਠੀਕ ਕਰਾਂਗੇ, ਨਵੇਂ ਬਣਾਵਾਂਗੇ, ਅੱਛੀਆਂ ਲੈਬਸ ਬਣਾਵਾਂਗੇ, ਕੰਪਿਊਟਰ ਦੇਵਾਂਗੇ, ਕੰਪਿਊਟਰ ਲੈਬ ਬਣਾਵਾਂਗੇ। ਔਰ ਬੇਸਿਕਲੀ ਜਿਹੜੀ ਬੱਚਿਆਂ ਦੇ ਲਈ ਪ੍ਰਬੰਧ ਆ, ਦੇਖੋ ਤੁਸੀਂ ਜਾ ਕੇ ਦੇਖ ਲਓ, ਵਾਸ਼ਰੂਮ ਦੇਖ ਲਓ ਕਿੰਨੇ ਗੰਦੇ ਬਣੇ ਹੋਏ ਨੇਗੇ। ਕੋਈ ਬਿਜਲੀ ਦਾ ਪ੍ਰਬੰਧ ਨਹੀਂ। ਅਸੀਂ ਸੋਲਰ ਰੂਫਟਾਪ ਲਾਵਾਂਗੇ ਤਾਂ ਕਿ ਸਕੂਲਾਂ ਨੂੰ ਕੋਈ ਸਮੱਸਿਆ ਹੀ ਨਾ ਰਹੇ। ਇਹ ਸਾਰੀਆਂ ਅਸੀਂ ਬਜਟਰੀ ਪ੍ਰਬੰਧ ਜਿਹੜੇ ਕਰ ਚੁੱਕੇ ਆਂਗੇ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸੰਖਿਆ ਦੇਖਿਓ ਤੁਸੀਂ ਕਿੰਨੇ ਗੁਣਾ ਵੱਧਦੀ ਆ। ਇਹ ਇੱਕ ਲਾਮਸਾਲ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਊਗਾ ਬਜਟ ਦਾ। ਸੋ ਸਿਹਤ ਤੇ ਆਉਂਦੇ ਆ, ਬਿਕੋਜ਼ ਜਦ ਪੰਜਾਬ ਨੇ ਵੋਟ ਪਾਈ, ਉਹਨੇ ਦਿੱਲੀ ਮਾਡਲ ਤੇ ਵੋਟ ਪਾਈ। ਉਹ ਚਾਹੁੰਦਾ ਹੈ ਕਿ ਉਹ ਜਿਹੀ ਸਹੂਲਤਾਂ ਪੰਜਾਬ ਇੱਧਰ ਵੀ ਮਿਲਣ। ਮੁਹੱਲਾ ਕਲੀਨਿਕ ਤੁਸੀਂ ਕਿਹਾ ਸੀ ਅਗਸਤ ਤੱਕ 75 ਲਿਆਵਾਂਗੇ, ਸਾਲ ਵਿੱਚ ਮੇ ਬੀ 150 ਦਾ ਨੰਬਰ ਹੈਗਾ। ਪਿੰਡ ਸਾਡੇ 10,000 ਨੇ, ਉੱਥੇ ਡਿਸਪੈਂਸਰੀਆਂ ਨੇ। ਹੁਣ ਇਸ ਮੁਹੱਲਾ ਕਲੀਨਿਕ ਦੇ ਮਾਡਲ ਤੇ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਨ ਦੀ ਵੀ ਕੋਈ ਤਿਆਰੀ ਹੈ ਕਿ ਬਿਕੋਜ਼ ਜਿਹੜਾ ਆਮ ਇਨਸਾਨ ਹੈ ਉਹਨੂੰ ਤਾਂ ਮਤਲਬ ਉਹ ਛੋਟੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ, ਪਿੰਡਾਂ ਵਿੱਚ ਚਾਹੀਦੀਆਂ। ਉਹ 10,000 ਪਿੰਡ ਇਸ ਰੇਟ ਤੇ ਤਾਂ ਵੇਟ ਨਹੀਂ ਕਰ ਪਾਉਣਗੇ। ਬਿਲਕੁਲ। ਪਹਿਲਾਂ ਜਿਹੜੀਆਂ ਚੱਲ ਰਹੀਆਂ ਡਿਸਪੈਂਸਰੀਆਂ ਨੇ ਜਾਂ ਛੋਟੇ ਹਸਪੀਟਲ ਨੇ ਉਹਨਾਂ ਨੂੰ ਵੀ ਅਪਗ੍ਰੇਡ ਕਰਾਂਗੇ। ਮੁਹੱਲਾ ਕਲੀਨਿਕ ਬਣਾਉਣ ਦਾ ਕਨਸੈਪਟ ਸਾਡੀ ਪਾਰਟੀ ਦਾ ਲੋਕਾਂ ਦੇ ਨਾਲ ਵਾਅਦਾ ਸੀਗਾ ਕਿ ਅਸੀਂ ਹਰ ਘਰ ਦੇ ਵਿੱਚ ਅੱਛੀ ਸਿਹਤ ਸਹੂਲਤਾਂ ਦੇਣੀਆਂ ਨੇਗੀਆਂ। ਔਰ ਉਹਦੇ ਤਹਿਤ ਅਸੀਂ ਬਿਲਕੁਲ ਦੇਖੋ ਕੋਈ ਵੀ ਨਵੀਂ ਸਕੀਮ ਜਾਰੀ ਕਰਦੇ ਆ ਨਾ, ਸਮਾਂ ਲੱਗਦਾ ਗਾ, ਟਾਈਮ ਲੱਗਦਾ ਗਾ, ਰਾਤੋਂ ਰਾਤ ਬਿਲਡਿੰਗਾਂ ਨਹੀਂ ਖੜੀਆਂ ਹੋ ਜਾਂਦੀਆਂ, ਰਾਤੋਂ ਰਾਤ ਨਹੀਂ ਬਣਦਾ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ 75 ਅਸੀਂ ਬਣਾ ਰਹੇ ਹਾਂ, 15 ਅਗਸਤ ਤੋਂ ਸ਼ੁਰੂਆਤ ਹੋਊਗੀ। 117 ਨਵੇਂ ਬਣਾ ਰਹੇ ਹੋ, ਪਰ ਜਿਹੜਾ ਡਿਸਪੈਂਸਰੀ ਮਾਡਲ ਹੈ ਉਹਨੂੰ ਵਿੱਚ ਇਨਕੋਰਪੋਰੇਟ ਕੀਤਾ ਜਾਏਗਾ। ਦੇਖੋ ਡਿਸਪੈਂਸਰੀ ਮਾਡਲ ਜਿੱਥੇ ਡਾਕਟਰ ਆ ਰਹੇ ਨੇ ਜਾਂ ਜਿਹੜੇ PHC ਸੈਂਟਰ ਜਾਂ ਸਿਵਲ ਸੈਂਟਰ ਚੱਲਦੇ ਰਹਿਣਗੇ, ਉਹ ਚੱਲਦੇ ਰਹਿਣਗੇ। ਹੁਣ ਦੇਖੋ ਉਹ ਜਿਹੜੇ ਤੁਸੀਂ ਡਿਸਪੈਂਸਰੀ ਦੀ ਗੱਲ ਕਰਦੇ ਹੋ, 15-16 ਪਿੰਡਾਂ ਬਾਅਦ ਜਾਂ 20-25 ਹਜ਼ਾਰ ਦੀ ਆਬਾਦੀ, ਮੈਨੂੰ ਦੇਖੋ ਤੇ ਐਗਜ਼ੈਕਟ ਨਹੀਂ ਪਤਾ ਹੈਲਥ ਦਾ, 30,000 ਦੀ ਆਬਾਦੀ ਪਿੱਛੇ ਇੱਕ ਆ ਜਾਂ 60,000 ਦੀ ਆਬਾਦੀ ਪਿੱਛੇ, ਲੱਖ ਦੀ ਆਬਾਦੀ ਪਿੱਛੇ, ਉਹ ਅਸੀਂ ਘਰ ਤੱਕ ਲੈ ਕੇ ਜਾਣ ਦੀ ਸਕੀਮ ਲੈ ਰਹੇ ਹਾਂ। ਉਹ ਵੀ ਚੱਲਦੀਆਂ ਰਹਿਣਗੀਆਂ, ਜਿਹੜੀ ਚੱਲ ਰਹੀਆਂ ਚੱਲਦੀਆਂ ਰਹਿਣਗੀਆਂ।
ਕਿਸਾਨਾਂ ਵਾਸਤੇ ਤੁਸੀਂ ਕਾਫੀ ਕੁਝ ਕੀਤਾ ਹੈ, ਪਰ ਜਿਵੇਂ ਇੱਕ ਸਾਨੂੰ ਅੱਜ ਵਾਤਾਵਰਣ ਦੀ ਵੀ ਚਿੰਤਾ ਹੈਗੀ ਹੈ। ਹੁਣ ਜੇ ਪਾਵਰ ਸਬਸਿਡੀ ਕੰਟੀਨਿਊ ਰਹੇਗੀ, ਬੰਦ ਵੀ ਨਹੀਂ ਕਰ ਸਕਦੇ ਕਿ ਕਿਸਾਨਾਂ ਦੀ ਲੋੜ ਵੀ ਉੱਦਾਂ ਦੀ ਹੈ, ਪਰ ਉਹਦਾ ਪਾਣੀ ਟਿਊਬਵੈਲ ਡੂੰਘੇ ਜਾਈ ਜਾਣਗੇ, ਪਾਣੀ ਘਟਾ ਜਾਏਗਾ। ਸੋ ਇਹਨਾਂ ਨੂੰ ਬੈਲੈਂਸ ਕਰਨ ਦੇ ਬਾਰੇ ਕਿੱਦਾਂ ਸੋਚ ਰਹੇ ਹੈਗੇ ਹੋ? ਦੇਖੋ, ਇਸ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜੀ ਅੱਛੀ ਇੱਕ ਸਕੀਮ ਜਿਹੜੀ ਹੈ ਪਾਣੀ ਬਚਾਓ ਮੁਹਿੰਮ ਦਾ ਆਗਾਜ਼ ਕੀਤਾ ਗਾ, ਔਰ ਸਿੱਧੀ ਬਿਜਾਈ, ਝੋਨੇ ਦੀ ਸਿੱਧੀ ਬਿਜਾਈ ਨੂੰ ਜਿਹੜਾ ਹੈਗਾ ਉਹਦੇ ਲਈ ਪ੍ਰੇਰਿਤ ਕੀਤਾ ਕਿਸਾਨ ਨੂੰ, ਔਰ 1500 ਰੁਪਈਆ ਅਸੀਂ ਪ੍ਰਤੀ ਏਕੜ ਜਿਹੜਾ ਕਿਸਾਨ ਨੂੰ ਦੇਵਾਂਗੇ ਜਿਹਨੇ ਸਿੱਧੀ ਬਿਜਾਈ ਕੀਤੀ ਹੈਗੀ। ਸਾਡਾ ਮੈਕੈਨਿਜ਼ਮ ਬਣ ਕੇ ਤਿਆਰ ਹੋ ਗਿਆ, ਔਰ 450 ਕਰੋੜ ਰੁਪਏ ਇਸ ਲਈ ਬਜਟ ਦਾ ਉਪਬੰਧ ਕੀਤਾ ਗਿਆ। ਅਸੀਂ ਪਾਣੀ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਦੇਖੋ, ਜੇ ਸਿੱਧੀ ਬਿਜਾਈ ਹੋਊਗੀ ਪਾਣੀ ਘੱਟ ਲੱਗੂਗਾ, 20% ਪਾਣੀ ਦੀ ਬਚਤ ਹੋਣ ਲੱਗੀ। ਔਰ ਦੂਜੀ ਵੱਡੀ ਗੱਲ ਹੈ ਕਿ ਅਸੀਂ ਮੂੰਗ ਫਸਲ ਤੇ MSP ਦਿੱਤੀ ਹੈ, ਮੂੰਗੀ ਦੀ ਫਸਲ ਤੇ। ਪਰ ਲੋਕਾਂ ਨੂੰ ਮਿਲੀ ਨਹੀਂ ਹੈ ਸਰ। ਇਹ ਤਾਂ ਸੰਗਰੂਰ ਦੇ ਪਿੰਡਾਂ ਜਾ ਕੇ ਮੈਂ ਆਪ ਦੇਖਿਆ ਨਹੀਂ ਮਿਲੀ, ਉਹਦਾ ਵੋਟ ਤੇ ਅਸਰ ਵੀ ਪਿਆ ਹੈਗਾ। ਤੁਸੀਂ ਮੇਰਾ ਸਵਾਲ ਸੁਣ ਲਓ। ਤੁਸੀਂ 55 ਕਰੋੜ ਰੱਖੀ ਉਹਦੇ ਲਈ, ਮੂੰਗ ਦੇ ਲਈ। ਤੁਸੀਂ 450 ਕਰੋੜ ਰੱਖਿਆ ਹੈ ਹੋਮ ਡਿਲੀਵਰੀ ਆਫ ਰਾਸ਼ਨ ਲਈ। ਇਹ ਕੁਝ ਆંકੜੇ ਉਲਟ ਫਿਲਟ ਤੇ ਨਹੀਂ ਹੋ ਗਏ? ਕੋਈ ਉਲਟ ਫੁਲਟ ਦੇ ਆંકੜੇ ਬਿਲਕੁਲ ਠੀਕ ਨੇ। ਅਸੀਂ ਜਿਹੜਾ ਮੈਂ ਦੁਬਾਰਾ ਦੁਹਰਾ ਰਿਹਾ, ਜਿਹੜੀ ਮੂੰਗ ਦਾਲ ਦੀ ਸਿੱਧੀ ਬਿਜਾਈ ਆ, ਜਿਹਦੀ ਫਸਲ ਚੱਕੀ ਗਈ ਆ, ਹਜੇ ਤਾਂ ਵਿਕ ਰਹੀ ਆ ਫਸਲ, ਉਹ ਹਜੇ ਤਾਂ ਵਿਕ ਰਹੀ ਹੈ। ਸਰਕਾਰ ਨੇ ਪੈਸੇ ਜਾਰੀ ਕਰ ਦਿੱਤੇ ਗਏ ਨੇ, ਜਾਰੀ ਇੱਕ ਮੈਕੈਨਿਜ਼ਮ ਆ। ਤੁਸੀਂ 7000 ਕੇ 5000 ਵਿੱਚ ਵਿਕੀ ਜਾ ਰਹੀ ਹੈ, 5000 ਵਿੱਚ ਚੁੱਕੀ ਜਾ ਰਹੀ ਹੈ। ਦੇਖੋ, ਜੇ ਕੋਈ ਮੈਨੂੰ ਤਾਂ ਮੇਰੇ ਧਿਆਨ 'ਚ ਨਹੀਂ ਕੋਈ 5000, ਪਰ ਲੇਕਿਨ ਅਸੀਂ ਜਿਹੜੀ ਸਰਕਾਰੀ ਜਿਹੜੀ ਆਪਣਾ ਮੁੱਲ ਦੇ ਉੱਤੇ MSP ਤੇ ਖਰੀਦ ਰਹੇ, ਸਾਡਾ ਮਾਰਕਫੈਡ ਅਦਾਰਾ ਖਰੀਦ ਰਿਹਾ ਹੈਗਾ, ਔਰ ਬਹੁਤ ਵੱਡੀਆਂ ਮੰਡੀਆਂ 'ਚ ਆ ਰਹੀ। ਅਸੀਂ ਡਬਲ ਹੋ ਗਈ। ਦੇਖੋ, ਪ੍ਰੋਡਕਸ਼ਨ ਥੋੜੇ ਸਮੇਂ ਦੀ 3 ਮਹੀਨੇ ਸਰਕਾਰ ਨੇ ਇੱਕ ਯਤਨ ਕੀਤਾ, ਪ੍ਰੋਡਕਸ਼ਨ ਡਬਲ ਹੋ ਗਈ। ਜੇ ਆਉਣ ਵਾਲੇ ਸਮੇਂ ਦੇ ਪਹਿਲਾਂ ਅਸੀਂ ਪ੍ਰਬੰਧ ਕਰ ਲਾਂਗੇ, 3-4 ਮਹੀਨੇ ਪਹਿਲਾਂ ਪ੍ਰਬੰਧ ਹੋ ਜਾਣਗੇ। ਸੋ ਬਜਟ ਲਾਸਟ ਪੁਆਇੰਟ ਨਹੀਂ ਹੈ, ਤਬਦੀਲੀਆਂ ਆਉਂਦੀਆਂ ਰਹਿਣੀਆਂ। ਡਬਲ ਟ੍ਰਿਪਲ ਜਿਹੜੀ ਆ ਉਹਦੀ ਮੂੰਗ ਦੀ ਫਸਲ ਹੋ ਜਾਣੀ ਹੈ। ਸਰ, ਡਾਈਵਰਸਿਫਿਕੇਸ਼ਨ ਤੇ ਇੰਨਾ ਧਿਆਨ ਨਹੀਂ ਦਿੱਤਾ ਗਿਆ। ਆਇਲ ਸੀਡਸ, ਉਹਨਾਂ ਚੀਜ਼ਾਂ ਤੇ ਕੁਝ ਅਸੀਂ ਕਾਫੀ ਕਵਰ ਕਰਦੇ ਹਾਂ। ਕਿਉਂ ਨਹੀਂ ਧਿਆਨ ਦਿੱਤਾ ਗਿਆ? ਫਿਰ ਮੂੰਗ ਫਸਲ ਕੀ ਹੈ? ਡਾਈਵਰਸਿਫਿਕੇਸ਼ਨ ਹੋਰ ਵੀ ਬੜਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਸਟਾਰਟ ਤਾਂ ਕਰ ਲੈਂਦੇ। ਸਬਰ ਨਹੀਂ ਹੈ, ਮੰਨਦੇ ਆ, ਸਬਰ ਨਹੀਂ ਹੈ। ਸਬਰ ਰੱਖੋ। ਅਸੀਂ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਜਿਹੜੇ ਖੇਤੀ ਕਾਸ਼ਤਕਾਰ ਨੇ, ਕਿਸਾਨ ਨੇ, ਉਹਨਾਂ ਨੂੰ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾਵਾਂਗੇ, ਔਰ ਪੰਜਾਬ ਦਾ ਪਾਣੀ ਬਚਾਵਾਂਗੇ, ਪੰਜਾਬ ਦੀ ਅਗਰੇਰੀਅਨ ਇਕਨੋਮੀ ਨੂੰ ਹੋਰ ਤਕੜਾ ਕਰਾਂਗੇ। ਸਰ, ਮੈਂ ਆਖਰੀ ਸਵਾਲ ਤੇ ਆਉਂਦੀ ਹਾਂ। ਇਹ ਜਨਤਾ ਬਜਟ ਸੀ, ਤੁਹਾਨੂੰ ਮੇਰੇ ਖਿਆਲ 27000 ਤੋਂ ਵੱਧ ਲੋਕਾਂ ਦੇ ਸੁਝਾਅ ਆਏ ਨੇ। ਕਿਹੜਾ ਸੁਝਾਅ ਜਿਹੜਾ ਤੁਹਾਨੂੰ ਲੱਗ ਕੇ ਬੜਾ ਚੰਗਾ ਲੱਗਿਆ, ਜਿਹਦੀ ਅਸੀਂ ਝਲਕ ਅੱਜ ਦੇਖ ਰਹੇ ਹਾਂ ਬਜਟ ਵਿੱਚ? ਦੇਖੋ, ਸਭ ਤੋਂ ਵੱਡਾ ਮੈਨੂੰ ਜਿਹੜਾ ਸੁਝਾਅ ਦੀ ਗੱਲ ਨਹੀਂ, ਜਿਹੜੇ ਲੋਕ ਆਏ ਨਿਕਲ ਕੇ 27.3% ਔਰਤਾਂ ਨੇ। ਉਹਨਾਂ ਦਾ 1000 ਰੁਪਏ ਰਹਿ ਗਿਆ। ਯੈਸ, ਨਹੀਂ 1000 ਬਣਦੀਆਂ ਜਾਂ ਪੰਜਾਬ ਦੀ ਇਕਨੋਮੀ ਕਿਵੇਂ ਠੀਕ ਕਰਨੀ, ਮੈਂ ਤੁਹਾਨੂੰ ਦਿਖਾ ਸਕਦਾਗਾ ਕਿ ਸਕੂਲ ਸਾਡੇ ਕਿਵੇਂ ਠੀਕ ਹੋਣਗੇ, ਸਾਡੇ ਬੱਚੇ ਅੱਛੇ ਸਕੂਲ 'ਚ ਕਿਵੇਂ ਪੜ੍ਹਨਗੇ, ਸਾਡਾ ਬਿਜ਼ਨਸ ਗਰੋਥ ਕਿਵੇਂ ਹੋਊਗਾ। ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਸੂਬੇ ਦੀਆਂ 27.3% ਔਰਤਾਂ ਇਸ ਗੱਲ ਲਈ ਅੱਗੇ ਆਈਆਂ ਨੇ, ਇਕਨੋਮੀ ਲਈ ਚਿੰਤਤ ਨੇ, ਆਰਥਿਕਤਾ ਲਈ ਚਿੰਤਤ ਨੇ। ਜਨਤਾ ਦਾ ਕੋਈ ਹੈ? ਮੈਂ ਦੱਸ ਰਿਹਾ ਨਾ, ਮੈਂ ਕਰ ਲਾਂ ਮੇਰੇ ਕੋਲ। ਇਸ ਗੱਲ ਲਈ ਆਈਆਂ ਨੇਗੀਆਂ। ਸੋ ਇਹ ਬਹੁਤ ਵੱਡਾ ਇੱਕ ਸਾਨੂੰ ਹੰਗਾਰਾ ਮਿਲਿਆ, ਇੱਕ ਤਾਕਤ ਮਿਲੀ ਆ। ਔਰ ਬਿਲਕੁਲ ਬਹੁਤ ਸਾਰੇ ਸੁਝਾਅ, ਜਿਸ ਤਰ੍ਹਾਂ ਜੇ ਮੈਂ ਇੰਡਸਟਰੀ ਦੀ ਗੱਲ ਕਰਾਂ, ਫੋਕਲ ਪੁਆਇੰਟ ਦੇ ਉੱਤੇ ਕਹਿੰਦੇ ਨਜਾਇਜ਼ ਕਬਜ਼ਾ ਹੋਇਆ ਹੈ। ਮੈਨੂੰ ਲੋਕਾਂ ਨੇ ਦੱਸਿਆ ਕਿ ਫੋਕਲ ਪੁਆਇੰਟ ਨਜਾਇਜ਼ ਕਬਜ਼ੇ ਹੋਏ ਨੇਗੇ, ਜਾਂ ਉਹ ਜਿਸ ਮੰਤਵ ਲਈ ਜ਼ਮੀਨ ਲਈ ਗਈ ਸੀ ਉਸ ਮੰਤਵ ਲਈ ਨਾ ਵਰਤੇ ਹੋ, ਕਿਸੇ ਹੋਰ ਮੰਤਵ ਲਈ ਵਰਤੀ ਜਾ ਰਹੀ ਆ। ਉਹ ਸਾਰਾ ਕੁਝ ਦਰੁਸਤ ਕਰਾਂਗੇ ਅਸੀਂ। ਉਹਦੇ ਲਈ ਪੈਸੇ 100 ਕਰੋੜ ਤੋਂ ਉੱਪਰ, ਮੇਰੇ ਐਗਜ਼ੈਕਟ 100 ਕਰੋੜ ਤੋਂ ਉੱਪਰ ਜਿਹੜਾ ਸੀ ਉਹਦੇ ਲਈ ਰਕਬਾ ਰੱਖਿਆ ਗਿਆ, ਔਰ ਇੰਡਸਟਰੀ ਨੂੰ ਅੱਗੇ ਲੈ ਕੇ ਜਾਣ ਲਈ ਇਨਸੈਂਟਿਵ ਸੀ ਜਿਹੜੇ ਉਹਨਾਂ 'ਚ ਰਕਮ ਰੱਖੀ ਆ, ਔਰ ਬੈਟ ਦੇ ਰਿਫੰਡ ਨੇ ਉਹ ਵਿਦਨ 6 ਮੰਥ ਖਤਮ ਕਰ ਦਿਆਂਗੇ। ਇਹ ਸਾਰੇ ਸਾਡੇ ਵੱਡੇ ਪਹਿਲੂ ਨੇਗੇ। ਤੁਸੀਂ ਦੇਖੋਗੇ ਕਿ ਸਰਕਾਰ ਨੇ ਜਦੋਂ 6 ਮਹੀਨੇ ਪੂਰੇ ਕਰ ਲਏ, ਲੋਕ ਆਪਣੇ ਆਪ ਸੁਖਾਲਾ ਮਹਿਸੂਸ ਕਰਨਗੇ, ਔਰ ਆਪਣੇ ਆਪ ਨੂੰ ਇੱਕ ਰੰਗਲੇ ਪੰਜਾਬ 'ਚ ਖੜਾ ਮਹਿਸੂਸ ਕਰਨਗੇ। ਸਰ, ਅਗਲੀ ਵਾਰੀ ਰਿਪੋਰਟ ਕਾਰਡ ਤੋਂ ਸ਼ੁਰੂ ਹੋਏਗਾ ਸੈਸ਼ਨ, ਬਜਟ ਸੈਸ਼ਨ ਕਿ? ਬਿਲਕੁਲ, ਜਦੋਂ ਅਗਲਾ ਸੈਸ਼ਨ ਆਊਗਾ, ਜੋ ਇਸ ਸਾਲ ਦੀਆਂ ਪ੍ਰਾਪਤੀਆਂ ਹੋਣਗੀਆਂ, ਜੋ ਇਸ ਸਰਕਾਰ ਦੇ ਟੀਚੇ ਹੋਣਗੇ ਜਿਹੜੇ ਪ੍ਰਾਪਤ ਕੀਤੇ ਨੇ, ਉਹ ਵੀ ਪੇਸ਼ ਕਰਾਂਗੇ। ਅਸੀਂ ਕਰਦੇ ਹਾਂ, ਅਸੀਂ ਸਾਰੇ ਪੇਸ਼ ਕਰਕੇ ਜਿਹੜਾ ਹੈਗਾ ਅਗਲਾ ਬਜਟ ਪੇਸ਼ ਕਰਾਂਗੇ। ਸੋ ਸਾਡੇ ਨਾਲੋਂ ਸਬਰ ਜ਼ਿਆਦਾ ਹੈਗੀ, ਤੁਸੀਂ ਬੜੇ ਆਰਾਮ ਨਾਲ ਸਾਡੇ ਸਵਾਲਾਂ ਦੇ ਜਵਾਬ ਦੇ ਰਹੇ ਹੋ। ਸਾਨੂੰ ਕਾਲ ਹੈਗੀ ਹੈ, ਸੋ ਲੋਕਾਂ ਨੂੰ ਕਾਲ ਹੈਗੀ ਹੈ। ਸੋ ਬਟ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦੇ ਹਾਂ ਕਿ ਜੋ ਤੁਹਾਡੇ ਇਰਾਦੇ ਨੇ ਉਹ ਨੇਕ ਹੀ ਰਹਿਣ, ਔਰ ਇਮਾਨਦਾਰੀ ਹਮੇਸ਼ਾ ਝਲਕਦੀ ਰਹੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ।